Good morning, dear students. गुड मॉर्निंग मैम। ਕੱਲ ਪੇਪਰ ਦੇਖਿਆ ਮੈਂ ਕੱਲ ਦਾ ਐਸਿਡ ਬੇਸ ਐਂਡ ਸਾਲਟਸ ਦੇ ਨਾ ਬਹੁਤ ਜ਼ਿਆਦਾ ਕੁਐਸਚਨ ਆਏ ਹੋਏ ਆ ਉਹਦੇ ਵਿੱਚ ਨਾ ਲੂਣ ਖਾਰ ਤੇਜ਼ਾਬ ਦੇ ਤੇ ਅੱਜ ਉਹਨੂੰ ਹੀ ਥੋੜਾ ਬਹੁਤ ਆਪਾਂ ਡਿਸਕਸ ਕਰਾਂਗੇ ਤੇ ਇਹਦੇ ਐਂਡ ਤੇ ਮਤਲਬ ਮੈਂ ਜਿੰਨੇ ਪੋਸੀਬਲ ਹੋ ਗਿਆ ਐਮਸੀਕਿਊ ਵੀ ਡਿਸਕਸ ਕਰਾਂਗੀ ਬਟ ਸਭ ਤੋਂ ਪਹਿਲੇ ਮੇਰਾ ਮੇਨ ਐਮਫਸਿਸ ਇਹੀ ਹੈ ਕਿ ਮੈਂ ਇਸ ਚੈਪਟਰ ਦੇ ਨਾ ਤੁਹਾਨੂੰ ਗੋ ਥਰੂ ਕਰਾਵਾਂ ਕਿਉਂਕਿ ਇਹ ਚੈਪਟਰ ਦੇ ਕਾਫੀ ਕੁਐਸਚਨਸ ਪੇਪਰ 'ਚ ਸੀਗੇ ਕੱਲ। ਸਭ ਤੋਂ ਪਹਿਲੇ ਤਾਂ ਤੁਹਾਨੂੰ ਪਤਾ ਹੀ ਹੈ ਵਟ ਆਰ ਐਸਿਡਸ, ਕੀ ਹੁੰਦੇ ਐਸਿਡਸ? ਹਾਂਜੀ ਬੇਟਾ ਜੀ, ਜਿੰਨੇ ਵੀ ਸਾਡੇ ਕੋਲ ਪਾਰਟਿਸਿਪੈਂਟਸ ਹੈਗੇ ਨੇ ਐਨੀਬਡੀ ਐਸਿਡ ਕੀ ਹੁੰਦਾ? ਮੈਮ ਜਿਹਦੀ ਪੀਐਚ ਵੈਲਿਊ 7 ਤੋਂ ਉੱਪਰ ਹੋਵੇ ਉਹ ਐਸਿਡ ਹੁੰਦਾ ਹੈ। ਉੱਪਰ ਹੋਵੇ ਮਤਲਬ 7 ਤੋਂ ਹੇਠਾਂ ਹੋਵੇ। ਹਾਂਜੀ ਹੇਠਾਂ ਹੋਵੇ ਬੇਟਾ, ਉੱਪਰ ਨਹੀਂ ਤੁਸੀਂ ਕਹਿ ਸਕਦੇ, ਹੇਠਾਂ। ਯਾਨੀ ਅਗਰ ਆਪਾਂ ਪੀਐਚ ਮੰਨਦੇ ਆ 0 to 14 ਦਾ ਸਕੇਲ ਹੈ ਤੇ ਜਿਹੜਾ 0 to 6 ਪੀਐਚ ਹੈ ਉਹ ਬੇਸਿਕਲੀ ਐਸਿਡਸ ਦੀ ਹੁੰਦੀ ਹੈ ਤੇ ਜੇ ਮੈਂ 7 ਤੋਂ 14 ਦੀ ਗੱਲ ਕਰਾਂ ਤੇ ਉਹ ਕਿਹਦੀ ਹੁੰਦੀ ਹੈ? ਬੇਸਿਸ ਦੀ। ਜੇ ਆਪਾਂ ਲੇਮੈਨ ਦੀ ਲੈਂਗੁਏਜ 'ਚ ਗੱਲ ਕਰੀਏ ਕਿ ਬੇਸਿਸ ਕੀ ਹੁੰਦੀ ਹੈ ਤਾਂ ਉਹਦਾ ਕੀ ਸਵਾਦ ਹੁੰਦੀ ਹੈ ਟੇਸਟ 'ਚ? ਹਾਂਜੀ ਕੀ ਹੁੰਦਾ? ਸੋਰ ਟੇਸਟ ਹੁੰਦਾ, ਖੱਟਾ ਸਵਾਦ। ਹਾਂਜੀ ਸਤੀਸ਼ ਬੋਲੋ, ਕੀ ਬੋਲ ਰਹੇ ਹੋ ਤੁਸੀਂ? ਬਲੂ ਲਿਟਮਸ ਨੂੰ ਰੈੱਡ ਕਰ ਦਿੰਦੀ ਆ। ਅੱਛਾ ਜੀ, ਬਲੂ ਲਿਟਮਸ ਰੈਡ, ਠੀਕ ਹੈ ਚਲੋ ਠੀਕ ਹੈ। ਹਾਂ ਉਸ ਤੋਂ ਬਾਅਦ ਨਾ ਮੈਂ ਜਿਹੜੀ ਤੁਹਾਡੇ ਨਾਲ ਮੇਨ ਅੱਜ ਡਿਸਕਸ਼ਨ ਕਰਨੀ ਹੈ, ਕੱਲ ਜਿਹੜਾ ਕੁਐਸਚਨ ਪੇਪਰ 'ਚ ਮੈਂ ਦੇਖਿਆ ਉਹ ਨਾ ਸੀਗਾ ਸਟਰੋਂਗ ਐਸਿਡਸ ਤੇ ਵੀਕ ਐਸਿਡ ਮਤਲਬ ਨੂੰ ਲੈ ਕੇ ਕਿ ਸਟਰੋਂਗ ਕਿਹੜਾ ਹੁੰਦਾ ਹੈ, ਵੀਕ ਕਿਹੜਾ ਹੁੰਦਾ ਹੈ। ਇੱਕ ਗੱਲ ਤੇ ਪਹਿਲੇ ਯਾਦ ਕਰੋ ਕਿ ਜਿਹੜੇ ਬੇਸਿਕਲੀ ਜਿਹੜੇ ਤਿੰਨ ਸਭ ਤੋਂ ਸਟਰੋਂਗ ਐਸਿਡਸ ਹੁੰਦੇ ਨੇ ਉਹ ਹੁੰਦੇ ਨੇ HCl, H2SO4 ਐਂਡ HNO3, ਠੀਕ ਹੈ। ਇਹ ਤਿੰਨ ਸਭ ਤੋਂ ਸਟਰੋਂਗ ਐਸਿਡਸ ਹੁੰਦੇ ਆ। ਜੇ ਮੈਂ ਵੀਕ ਐਸਿਡਸ ਦੀ ਗੱਲ ਕਰਾਂ, ਆਕਜ਼ੈਲਿਕ ਐਸਿਡ, ਲੈਕਟਿਕ ਐਸਿਡਸ, ਐਸਟਿਕ ਐਸਿਡ, ਜਿਹੜੇ ਐਸਿਡਸ ਖਾਣ ਵਾਲੀਆਂ ਚੀਜ਼ਾਂ 'ਚ ਹੁੰਦੇ ਆ ਤਕਰੀਬਨ ਉਹ ਵੀਕ ਹੁੰਦੇ ਆ ਬਿਕੋਜ਼ ਉਹ ਇੰਨੇ ਰਿਐਕਟਿਵ ਨਹੀਂ ਹੁੰਦੇ ਤੇ ਉਹ ਸਾਡੀ ਬਾਡੀ ਨੂੰ ਹਾਰਮ ਇਫੈਕਟ ਵੀ ਨਹੀਂ ਪਹੁੰਚਾਉਂਦੇ। ਜੇ ਮੈਂ ਗੱਲ ਕਰਾਂ ਕੰਸਨਟ੍ਰੇਟਡ, ਆਪਾਂ ਕਹਿੰਦੇ ਨਾ ਆਪਾਂ ਐਸਿਡ ਸਟਰੋਂਗ ਐਸਿਡ ਹੈ ਜੀ, ਕੰਸਨਟ੍ਰੇਟਡ ਸਲਫਿਊਰਿਕ ਐਸਿਡ ਹੈ, concentrated HCl. What do you mean by concentrated word? Having more amount of acid ਤੇ less amount of water. ਮਤਲਬ ਐਸਿਡ ਦੀ ਅਮਾਉਂਟ ਜ਼ਿਆਦਾ ਪਰ ਵਾਟਰ ਦੀ ਅਮਾਉਂਟ ਘੱਟ ਤੇ ਉਹ ਕੰਸਨਟ੍ਰੇਟਡ ਹੈ। ਡਿਲੂਟ ਐਸਿਡ ਦਾ ਕੀ ਮਤਲਬ ਹੈ ਕਿ ਹੈਵਿੰਗ ਮੋਰ ਅਮਾਉਂਟ ਜ਼ਿਆਦਾ ਹੋਵੇ। ਵੈਰੀ ਗੁੱਡ, ਹਾਂ ਬਿਲਕੁਲ ਸਹੀ ਕਿ ਉੱਥੇ ਵਾਟਰ ਦੀ ਅਮਾਉਂਟ ਜ਼ਿਆਦਾ ਹੋਏ ਪਰ ਐਸਿਡ ਦੀ ਅਮਾਉਂਟ ਘੱਟ ਹੋਵੇ, ਠੀਕ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਵਾਂ ਇਹ ਕੁਐਸਚਨ ਸੀਗਾ ਜਦੋਂ ਮੈਂ ਸਟਾਰਟਿੰਗ 'ਚ ਤੁਹਾਡੇ ਨਾਲ PDF ਸ਼ੇਅਰ ਕੀਤੀ ਸੀ ਕਿ ਐਸਿਡ ਵਰਡ ਹੈ ਜਿਹੜਾ ਲੈਟਿਨ ਵਰਡ ਐਸਿਡਸ ਤੋਂ ਡਰਾਈਵ ਹੈ ਜਿਹਦਾ ਮਤਲਬ ਹੁੰਦਾ ਸੋਰ, ਸੋਰ ਯਾਨੀ ਖੱਟਾ, ਠੀਕ ਹੈ। ਏਦਾਂ ਹੀ ਆਪਾਂ ਬੇਸਿਸ ਦੀ ਗੱਲ ਕਰਾਂਗੇ। ਮੈਂ ਚਾਹੁੰਦੀ ਕਿ ਤੁਸੀਂ ਇੱਥੇ ਐਗਜ਼ਾਮਪਲਸ ਜਿਹੜੀਆਂ ਹੈ ਉਹ ਪੈਨ ਡਾਊਨ ਕਰ ਲਓ ਕਿਉਂਕਿ ਚਾਰ ਆਪਸ਼ਨਸ ਦਿੱਤੀਆਂ ਹੁੰਦੀਆਂ ਵਿਚ ਇਜ਼ ਦਾ ਸਟਰੋਂਗੈਸਟ ਐਸਿਡ ਫਰੋਮ ਫੋਲੋਇੰਗ। ਜਿੱਦਾਂ HCl ਦਿੱਤਾ ਹੋਏ, ਨਾਲ ਦਿੱਤਾ ਹੋਵੇ ਐਸਟਿਕ ਐਸਿਡ, ਆਕਜ਼ੈਲਿਕ ਐਸਿਡ, ਲੈਕਟਿਕ ਐਸਿਡ ਤਾਂ ਤੁਸੀਂ HCl ਨੂੰ ਟਿਕ ਕਰ ਸਕੋ, ਠੀਕ ਹੈ। ਏਦਾਂ ਹੀ ਬੇਸ ਦੀ ਗੱਲ ਕਰੀਏ ਤਾਂ ਵਟ ਆਰ ਬੇਸਿਸ? ਥੀਸ ਆਰ ਸਬਸਟੈਂਸਸ ਵਿਚ ਆਰ ਬਿਟਰ ਇਨ ਟੇਸਟ ਐਂਡ ਸੋਪੀ ਇਨ ਟੱਚ। ਆ ਬਹੁਤ ਇੰਪੋਰਟੈਂਟ ਗੱਲ ਹੈ, ਸੋਪੀ ਇਨ ਟੱਚ, ਠੀਕ ਹੈ। ਤੇ ਉਸ ਤੋਂ ਬਾਅਦ ਗੱਲ ਕੀ ਹੈ? ਦੇ ਟਰਨ ਰੈਡ ਲਿਟਮਸ ਸੋਲਿਊਸ਼ਨ ਬਲੂ। ਤੇ ਦੂਜੀ ਗੱਲ ਇਹ OH ਨੈਗੇਟਿਵ ਆਇਨ ਦਿੰਦੇ ਆ ਜਦਕਿ ਜਿਹੜੇ ਐਸਿਡ ਸੀ ਉਹ ਕੀ ਦਿੰਦੇ ਸੀ? ਉਹ H ਪੋਜ਼ਿਟਿਵ ਆਇਨ ਦਿੰਦੇ ਸੀ। ਸਟਰੋਂਗ ਬੇਸਿਸ ਦੀ ਐਗਜ਼ਾਮਪਲ ਦੇਖੋ ਕਿਹੜੀ ਕਿਹੜੀ ਹੈ? NaOH, KOH, CaOH ਟਵਾਈਸ। ਕੋਈ ਬੱਚਾ ਮੈਨੂੰ ਇਹਨਾਂ ਦੇ ਨਾਮ ਦੱਸੇਗਾ ਸਾਰਿਆਂ ਦੇ? ਕੋਈ ਵੀ? What is NaOH? And what is KOH? Potassium hydroxide. What is CaOH twice? हाँ very good. Weak bases ਦੀ ਗੱਲ ਕਰੀਏ, what is NH4OH? What is this? ਅਮੋਨੀਅਮ ਹਾਈਡਰੋਕਸਾਈਡ। ਕੀ ਕਹਿੰਦੇ ਇਹਨੂੰ? Ammonium hydroxide. ਬੇਟਾ ਜੀ ਇਹ ਅਮੋਨੀਅਮ ਆਇਨ ਹੁੰਦਾ ਹੈ NH4 ਪੋਜ਼ਿਟਿਵ ਨਾ ਐਂਡ देयरफॉर this is known as ਅਮੋਨੀਅਮ ਹਾਈਡਰੋਆਕਸਾਈਡ। ਇਹਨੂੰ ਕੀ ਕਹਿੰਦੇ ਆ? ਅਮੋਨੀਅਮ ਹਾਈਡਰੋਕਸਾਈਡ। ਅੱਛਾ ਇੱਕ ਗੱਲ ਹੋਰ, what are alkalis? These are the bases which are soluble in water. ਉਹ bases ਜਿਹੜੇ ਪਾਣੀ 'ਚ soluble ਹੋਣ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? alkalis। ਕੀ ਕਹਿੰਦੇ ਆ? alkalis, ਠੀਕ ਹੈ। ਇਹ ਵੀ ਬਹੁਤ ਇੰਪੋਰਟੈਂਟ ਹੈ। ਸੋਲਟਸ ਦੀ ਗੱਲ ਕਰਾਂਗੇ, ਜਦੋਂ ਐਸਿਡ ਤੇ ਬੇਸ ਆਪਸ 'ਚ ਰਿਐਕਸ਼ਨ ਕਰਦੇ ਆ ਤਾਂ ਵੀ ਹੈਵ ਅ ਫਾਰਮੇਸ਼ਨ ਆਫ ਸੋਲਟਸ ਤੇ ਉਸ ਰਿਐਕਸ਼ਨ ਨੂੰ ਆਪਾਂ ਕਿਹੜੀ ਰਿਐਕਸ਼ਨ ਕਹਿੰਦੇ ਆ? ਨਿਊਟਰਲ। ਕਿਹੜੀ ਕਹਿੰਦੇ ਆ? ਨਿਊਟਰਲ ਰਿਐਕਸ਼ਨ। ਨਿਊਟਰਲਾਈਜ਼ੇਸ਼ਨ, ਉਦਾਸੀਨੀਕਰਨ। ਕੀ ਕਹਿੰਦੇ ਆ?
ਨਿਊਟਰਲਾਈਜੇਸ਼ਨ ਤੇ ਉਦਾਸੀਨੀਕਰਨ, ਬੇਸਿਕਲੀ ਇੰਗਲਿਸ਼ ਚ ਆਪਾਂ ਉਹਨੂੰ ਕਹਿੰਦੇ ਆ ਨਿਊਟਰਲਾਈਜੇਸ਼ਨ ਰਿਐਕਸ਼ਨ, ਠੀਕ ਹੈ ਜੀ, ਜਿਹਦੇ ਵਿੱਚ ਕੀ ਹੁੰਦਾ ਹੈ, ਇੱਕ ਐਸਿਡ ਲਾਈਕ HCl ਤੇ ਇੱਕ ਬੇਸ NaOH ਜਦੋਂ ਆਪਸ ਚ ਕਿਰਿਆ ਕਰਦੇ ਆ, देयर इज अ फॉर्मेशन ऑफ सॉल्ट प्लस वाटर, ठीक है, एंड दिस रिएक्शन इज नोन एज न्यूट्रलाइजेशन रिएक्शन और उदासीनीकरण क्रिया। अच्छा, अगे आ जाता है इंडिकेटर, जिन्हों पंजाबी च आपां कहने सूचक, ठीक है। तुहानूं पता इंडिकेटर्स बहुत तरह के हुंदे ने, नैचुरल इंडिकेटर्स, सिंथैटिक इंडिकेटर्स, ओलीफैक्टरी इंडिकेटर्स। मैनूं कोई दसेगा बेसिकली किहड़े इंडिकेटर की हुंदा है, की पता लगदा है इंडिकेटर नाल, दसेगा कोई जाना? हाँ, जिसको पता लगता है कि कोई घोल खा रहे हैं तेजाबी। बेसिकली सूचक तो सानू ये पता लगता है कि कोई घोल खार है या तेजाबी या कोई एसिड है या बेस। नैचुरल इंडिकेटर सब तो जिहड़ी कॉमन एग्जांपल है लिटमस, रेड कैबेज लीव, फ्लावर्स, है ना, सिंथैटिक चाइना रोज, टर्मरिक, हल्दी जिहड़ी तुहाडी रसोई च। जे सिंथैटिक इंडिकेटर्स की गल करिए तो दीज आर कैमिकल सबसटांसिस लाइक मिथाइल ऑरेंज और बहुत इंपॉर्टेंट है फिनोफ्थलीन। अच्छा, सब तो पहले हुण कल जिद्दां पेपर तुहाडा बिल्कुल लग गया, तुहानूं आ चार्ट याद होना चाहिए। जे तुहाडे कोल फोन्स है मतलब कुछ भी है तो इहदा स्क्रीनशॉट खिंच लो, अदरवाइज मैं ग्रुप च जे कहोगे तो PDF भी पा दांगी एसिड बेस सॉल्ट्स दी, ते आ फोटो खिंच लो भी कि ये लिटमस है जिहड़ा उहदा स्मैल कलर एसिडिक सोल्यूशन च रेड हुंदा है, बेसिक च ब्लू हो जाता है। रेड कैबेज लीफ एक्सट्रैक्ट की गल करा तो स्मैल रेड हुंदी है, स्मैल कलर इन बेसिक सोल्यूशन ग्रीन। इदां ही टर्मरिक है, फ्लावर ऑफ हाइड्रेंजा प्लांट है। फिनोफ्थलीन का कलर की हुंदा है जी, फिनोफ्थलीन का कलर की हो जाता है एसिड च, कलरलेस। हाँ, तो जे मैं बेस की गल करा तो उहदे च बहुत इंपॉर्टेंट है, उहदा कलर हो जाता है पिंक, ठीक है जी। मिथाइल ऑरेंज की गल करा तो रेड, ते उहदा हो जाता है येलो। अनियन, ओलीफैक्टरी इंडिकेटर्स मैं पिछले लेक्चर च ना जो मैं एसिड बेस डिस्कशन शुरू की सी, बहुत इंपॉर्टेंट ना दिखाया सी। व्हाट यू मीन बाय ओलीफैक्टरी इंडिकेटर्स? ओलीफैक्टरी इंडिकेटर्स का की मतलब हुंदा? मैम जेडे नेचुरल हुंदे हो? नो, नेचुरल तो बेटा लिखे ही होए असी। व्हाट इज ओलीफैक्टरी? हाँ जी, हाँ जी, बोलो जल्दी। जी सुंगण सूचक। हाँ, सुंगण सूचक, ठीक है ना। बेसिकली बेटा स्मैल बेस्ड हुंदे ने ये, जिन्हों आपां कह दिंदे आ ओलीफैक्टरी सूचक, है ना। सुंगण सूचक यानी जिद्दां आपां अनियन, प्याज, ठीक है, इदां ही वनीला सेंस, इदां ही क्लोव ऑयल, ये सारे की है कि इन्हां दी स्मैल कलर ते एसिडिक सोल्यूशन दे विच मतलब वो हुंदा है, ठीक है ना, करैक्टरिस्टिक स्मैल हुंदी है। ते फिर उस तो बाद जे आपां गल करा बेसिक सोल्यूशन दे अनियन दी नो स्मैल हुंदी है। इदां ही वनीला सेंस की गल करिए तो वो रिटेन स्मैल करता है ते नो स्मैल। क्लोव ऑयल की गल करिए जिन्हों आपां लौंग कह दिंदे आ ना, वो भी एसिडिक सोल्यूशन च स्मैल अपनी रिटेन करता है पर बेसिक्स दे विच लूज कर दिंदा है, ठीक है। ये बहुत इंपॉर्टेंट चार्ट है जिहदे बेस ते तुहानूं क्वेश्चन पूछे जा सकते हैं। अगे जे मैं कैमिकल प्रॉपर्टीज की गल करा तो इत्थे सब तो इंपॉर्टेंट जिहड़ी गल मैं करना चाहनी हाँ तुहाडे नाल कैमिकल रिएक्शनस है। बहुत वारी दस्सिया तुहानूं, इत्थों मैं थोड़ा जिहा तुहाडे कोल छुपाण लगी हाँ। पहले मैनूं दसो वैनएवर एसिड जदों जेहड़े हुंदे एसिड यानी जेहड़े की हुंदे ने साडे तेजाब, है ना, जदों वो किहदे नाल किरिया करदे आ, एसिड जदों भी मैटल दे नाल किरिया करदे आ तो किहड़ी गैस दिंदे ने? तुसीं दसना मैनूं हुण। मैम ऑक्साइड गैस बेटा, हाइड्रोजन। हाइड्रोजन, हाँ जी। ते बेटा जी हाइड्रोजन मैनूं एक गल दसो, जिहड़ी हाइड्रोजन गैस वो दिंदे ने ते ओहदी की इंडिकेशन हुंदी है? जिहड़ी हाइड्रोजन गैस वो दिंदे ने ओहदी की इंडिकेशन हुंदी है? आ देखो, आ हाइड्रोजन गैस लिखी हुई कि नहीं दिख रही तुहानूं रिएक्शन? एवरीबडी विजिबल टू यू कि whenever acid react with zinc, zinc की है साडा मेटल यानी धात, जदों वो जिंक क्लोराइड दे नाल रिएक्शन करदा तो हाइड्रोजन गैस दिंदे हन। ते मैं तुहानूं उदों एक्सपेरीमेंट करके दिखाया सी, याद है तुहानूं कि हाइड्रोजन गैस रिलीज करदी है जदों असीं कैंडल नीयर लैके जांदे आ तो बर्स्ट करदी है किहड़ी साउंड दे नाल? पॉप साउंड दे नाल। बेटा इदां ही बेसिस की गल करिए तो बेसिस की रिएक्शन जिहड़ी जिंक ना, दैट इज देयर इज अ फॉर्मेशन ऑफ सोडियम जिंकेट प्लस देयर इज अ हाइड्रोजन गैस। और तुहानूं इंडिकेशन पता होनी चाहिए है कि हाइड्रोजन गैस है जिहड़ी वो पॉप साउंड दे नाल निकलदी है। ये बहुत ही आपां डिटेल च ये गल कीती हुई है। जे हुण मैं तुहाडे नाल अगली गल करा रिएक्शन ऑफ मैटल कार्बोनेट्स ते मैटल हाइड्रोजन। मैम हाँ जी बेटा,
ਮੈਮ ਐਸਿਡ ਵਿੱਚ H2 ਨਾਲ ਐਰੋ ਨਹੀਂ ਲੱਗਾ ਤੇ ਬੇਸ ਵਿੱਚ ਲੱਗਾ ਹੈ ਕਿਉਂ? ਕੀ H2 H2 ਦੇ ਨਾਲ ਐਰੋ ਤੁਸੀਂ ਸ਼ੋ ਕੀਤਾ ਹੈ ਨਾ ਅਪਵਰਡ ਨੂੰ। देयर इज ਕੋਈ ਇਦਾਂ ਦੀ ਗੱਲ ਨਹੀਂ ਹੈ, ਉੱਥੇ ਵੀ ਤੁਸੀਂ ਐਰੋ ਲਿਖ ਸਕਦੇ ਹੋ, that is hydrogen gas है ना, there is some misprinting, gas है, hydrogen is basically gas, ठीक है। चलो Okay, ma'am. हाँ जी ठीक है। ਅੱਗੇ ਰਿਐਕਸ਼ਨ ਆਫ ਮੈਟਲ ਕਾਰਬੋਨੇਟਸ ਤੇ ਮੈਟਲ ਹਾਈਡਰੋਜਨ ਕਾਰਬੋਨੇਟ, ਇਹ ਬਹੁਤ ਇੰਪੋਰਟੈਂਟ ਟੌਪਿਕ ਹੈ। ਮੈਨੂੰ ਨਾ ਥੋੜਾ ਸੈਟ ਦੇ ਵਿਊ ਤੋਂ ਲੱਗਾ ਕਿ ਜਿਹੜਾ ਐਸਿਡ ਬੇਸ ਹੈ, ਕਮ ਸੇ ਕਮ ਜੇ ਆਪਾਂ ਕੈਮਿਸਟਰੀ ਦੀ ਗੱਲ ਕਰੀਏ ਤਾਂ 2-3 ਕੁਐਸਚਨ ਨਾ, ਜੇ 14 ਕੁਐਸਚਨ ਕੈਮਿਸਟਰੀ ਚੋਂ ਆਣੇ ਆ ਤੇ 2-3 ਕੁਐਸਚਨ ਇਸ ਲੈਸਨ ਚੋਂ ਆਉਂਦੇ ਆ, ਠੀਕ ਹੈ। ਸੋ ਪਲੀਜ਼ ਇਹ ਲੈਸਨ ਤੁਸੀਂ ਜਦੋਂ ਤੁਸੀਂ ਕੈਮਿਸਟਰੀ ਦੀ ਤਿਆਰੀ ਕਰਨੀ ਹੈ, ਜਿੱਦਾਂ ਹੁਣ ਤੁਹਾਡੇ ਕੋਲ 2 ਦਿਨ ਰਹਿ ਗਏ ਰਿਵੀਜ਼ਨ ਕਰਨੀ ਹੈ, ਤੇ ਇਹ ਚੈਪਟਰਸ ਨੂੰ ਤੁਸੀਂ ਭਾਵੇਂ YouTube ਚੈਨਲ ਤੋਂ ਗੋ ਥਰੂ ਕਰੋ ਜਾਂ ਤੁਹਾਨੂੰ ਜਿਹੜੇ ਨੋਟਸ ਭੇਜੇ ਆ, ਪਰ ਇਹਨੂੰ ਤੁਸੀਂ ਸਕਿਪ ਨਹੀਂ ਕਰਨਾ, ਠੀਕ ਹੈ ਜੀ। ਇੱਕ ਆਪਾਂ ਹੋਰ ਗੱਲ ਕਰਨੀ ਸੀ, ਜਿੱਦਾਂ ਮੇਰਾ ਅੱਜ ਲਾਸਟ ਲੈਕਚਰ ਹੈ ਤੁਹਾਡੇ ਨਾਲ, ਉਸ ਤੋਂ ਬਾਅਦ 13 ਨੂੰ ਤੁਹਾਡਾ ਪੇਪਰ ਹੈ। ਤੁਸੀਂ ਪੜ੍ਹਨਾ ਕਿੱਦਾਂ ਹੈ ਕੈਮੀਕਲ ਰਿਐਕਸ਼ਨਸ ਐਂਡ ਜਿਹੜਾ ਪਹਿਲਾ ਚੈਪਟਰ ਹੈ ਨਾ, ਐਂਡ ਇਕੁਏਸ਼ਨਸ, ਉਹਦੀਆਂ ਸਾਰੀਆਂ ਇਕੁਏਸ਼ਨਸ ਲਿਖ ਲੈਣੀਆਂ, ਦੇਖ ਲੈਣਾ ਕਿਹੜੀ। ਅੱਛਾ, ਆਕਸੀਡੇਸ਼ਨ ਰਿਡਕਸ਼ਨ ਦਾ ਬਹੁਤ ਕੁਐਸਚਨ ਪੁੱਛਿਆ ਗਿਆ, ਬਹੁਤ ਹੀ ਡਿਟੇਲ 'ਚ ਮੈਂ ਤੁਹਾਨੂੰ ਇਹ ਪੜ੍ਹਾਈ ਹੈ, ਆਕਸੀਡੇਸ਼ਨ ਤੇ ਰਿਡਕਸ਼ਨ, ਠੀਕ ਹੈ ਨਾ। ਲਘੂਕਰਨ ਤੇ ਆਕਸੀਕਰਨ, ਇਹਦਾ ਬਹੁਤ ਕੁਐਸਚਨ ਪੁੱਛਿਆ ਗਿਆ, ਇਹਨੂੰ ਤੁਸੀਂ ਛੱਡਣਾ ਨਹੀਂ ਹੈ, ਠੀਕ ਹੈ ਜੀ। ਆਕਸੀਡੇਸ਼ਨ ਤੇ ਰਿਡਕਸ਼ਨ, ਠੀਕ ਹੈ। ਦੂਜੀ ਗੱਲ, ਉਸ ਤੋਂ ਬਾਅਦ ਜਿਹੜਾ ਸੈਕਿੰਡ ਚੈਪਟਰ ਆ ਮੈਂ ਤੁਹਾਡੇ ਨਾਲ ਗੋ ਥਰੂ ਹੋ ਰਹੀ ਹਾਂ। ਥਰਡ ਚੈਪਟਰ ਨੂੰ ਵੀ ਮੈਂ ਬਹੁਤ ਡਿਟੇਲ 'ਚ ਪੜ੍ਹਾਇਆ, ਮੈਟਲਸ ਐਂਡ ਨਾਨ ਮੈਟਲਸ ਨੂੰ। ਸਿਮਿਲਰਲੀ ਤੁਹਾਡੇ ਉਧਰੋਂ ਜਿਹੜਾ ਹੈ ਤੁਹਾਡਾ ਕਾਰਬਨ ਐਂਡ ਇਟਸ ਕੰਪਾਊਂਡ, ਉਹਨੂੰ ਵੀ ਆਪਾਂ ਬਹੁਤ ਡਿਟੇਲ 'ਚ ਪੜ੍ਹਿਆ, ਠੀਕ ਹੈ ਨਾ। ਉਹ 'ਚ ਨੇਮਿੰਗਸ ਅੱਛੀ ਤਰ੍ਹਾਂ ਕਰ ਲੈਣੀ ਹੈ ਕਾਰਬਨ ਐਂਡ ਇਟ ਕੰਪਾਊਂਡਸ 'ਚ, ਠੀਕ ਹੈ। ਫਿਫਥ ਚੈਪਟਰ ਪੀਰੀਓਡਿਕ ਪ੍ਰੋਪਰਟੀਜ਼ 'ਚ ਵੀ ਮੈਂ ਤੁਹਾਨੂੰ ਸਾਰਾ ਉਹਦਾ ਜਿੱਦਾਂ ਦੇ ਉਹਦੇ MCQs ਬਣਦੇ ਨੇ ਉਹ ਦੱਸ ਦਿੱਤੇ ਨੇ। ਪਰ ਤੁਸੀਂ ਕੀ ਕਰਨਾ, ਹੁਣ ਜਸਟ ਸਾਰੇ ਚੈਪਟਰ ਪੜ੍ਹਨ ਦੀ ਲੋੜ ਨਹੀਂ, ਯੂ ਜਸਟ ਹੈਵ ਟੂ ਟੇਕ ਅ ਓਵਰਵਿਊ ਆਫ ਦੈਟ ਥਿੰਗਸ, ਠੀਕ ਹੈ। ਚਲੋ ਜੀ ਅੱਗੇ ਗੱਲ ਕਰਦੀ ਹਾਂ ਤੁਹਾਡੇ ਨਾਲ ਮੈਟਲ ਕਾਰਬੋਨੇਟ ਦੀ। ਦੱਸੋ ਵੀ ਜੇ ਮੈਟਲ ਕਾਰਬੋਨੇਟ ਨਾਲ ਰਿਐਕਸ਼ਨ ਕਰੇ ਤਾਂ ਫਿਰ ਕੀ ਬਣਾਉਂਦਾ ਹੈ ਕਾਰਬੋਨੇਟ ਨਾਲ। ਦਿਸ ਇਜ਼ ਜਸਟ ਰਿਵੀਜ਼ਨ, ਆਪਾਂ ਇੱਕ ਵਾਰੀ ਚੈਪਟਰ ਕਰ ਚੁੱਕੇ ਹਾਂ। ਮੈਟਲ ਕਾਰਬੋਨੇਟ ਦੇ ਨਾਲ ਉਹ ਕੀ ਬਣਾਉਂਦਾ ਹੈ ਤੁਹਾਡਾ, whenever acid react with metal carbonates ਤਾਂ ਕੀ ਬਣਦਾ ਹੈ ਹਾਈਡਰੋਜਨ। ਬੇਟਾ ਮੈਟਲ ਕਾਰਬੋਨੇਟ ਦੀ ਗੱਲ ਕਰ ਰਹੀ ਹਾਂ ਮੈਂ, ਮੈਟਲ ਕਾਰਬੋਨੇਟਸ ਦੀ। ਜਦੋਂ ਮੈਂ ਤੁਹਾਨੂੰ ਕਿਹਾ ਸੀ, ਮੈਂ ਰਿਐਕਸ਼ਨਸ ਤੁਹਾਨੂੰ ਕਰਕੇ ਦਿਖਾਈਆਂ ਸੀ। ਜਦੋਂ ਆਪਾਂ ਮਤਲਬ ਮੈਟਲਸ ਕਾਰਬੋਨੇਟਸ ਦੀ ਗੱਲ ਕਰਦੇ ਆ ਨਾ, ਉਦੋਂ ਬੇਟਾ ਜੀ ਕਾਰਬੋਨੇਟ ਜਿੱਥੇ ਆ ਗਿਆ ਉੱਥੇ ਕਿਹੜੀ ਗੈਸ ਨਿਕਲੇਗੀ, ਕਿਹੜੀ ਗੈਸ ਨਿਕਲੇਗੀ, ਕਾਰਬਨ ਡਾਈਆਕਸਾਈਡ। ਉੱਥੇ ਕਿਹੜੀ, ਹਾਂ ਦੇਖੋ ਆ ਦੇਖੋ ਰਿਐਕਸ਼ਨਸ ਹੈ ਨਾ, ਆ ਦੇਖੋ whenever acid react with metal carbonate Na2CO3 ਹੈ ਨਾ, ਤਾਂ ਫਿਰ ਉੱਥੇ ਕਿਹੜੀ ਗੈਸ ਨਿਕਲੇਗੀ ਤੁਹਾਡੇ ਕੋ, that is NaCl plus CO2 plus H2O, ਠੀਕ ਹੈ। ਤੇ ਉੱਥੇ ਸਾਡੇ ਕੋਲ ਜੇ ਬਾਈਕਾਰਬੋਨੇਟ ਨਾਲ ਰਿਐਕਸ਼ਨ ਕਰਾਂਗੇ ਫਿਰ ਵੀ NaCl CO2 plus H2O, ਠੀਕ ਹੈ, ਠੀਕ ਹੈ, ਓਕੇ ਸਮਝ ਲੱਗ ਗਈ। ਆ ਦੇਖੋ ਕਾਰਬਨ ਡਾਈਆਕਸਾਈਡ, ਠੀਕ ਹੈ। ਹਾਂ ਅੱਛਾ ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ ਨੈਕਸਟ ਜਿਹੜੀ ਇਹਦੀ ਹੈ ਨਿਊਟਰਲਾਈਜੇਸ਼ਨ ਰਿਐਕਸ਼ਨ, ਮੈਂ ਤੁਹਾਨੂੰ ਹੁਣੇ ਐਕਸਪਲੇਨ ਕੀਤੀ ਕਿ ਜਦੋਂ ਵੀ ਤੁਹਾਡਾ ਐਸਿਡ ਤੇ ਬੇਸ ਆਪਸ 'ਚ ਰਿਐਕਸ਼ਨ ਕਰਨਗੇ ਦੇयर ਇਜ਼ ਅ ਫਾਰਮੇਸ਼ਨ ਆਫ ਐਸਿਡਿਕ ਐਸਿਡ ਸਾਲਟ। ਅੱਛਾ ਆ ਚੀਜ਼ ਵੀ ਨੋਟ ਕਰੋ, ਜਦੋਂ ਵੀ ਸਟਰੋਂਗ ਐਸਿਡ ਵੀਕ ਬੇਸ ਦੇ ਨਾਲ ਰਿਐਕਸ਼ਨ ਕਰੇਗਾ ਤੇ ਸਾਡੇ ਕੋਲ ਐਸਿਡਿਕ ਸਾਲਟ ਬਣੇਗਾ, ਠੀਕ ਹੈ, ਪਲੱਸ ਵਾਟਰ, ਠੀਕ ਹੈ। ਜਦੋਂ ਵੀਕ ਐਸਿਡ ਸਟਰੋਂਗ ਬੇਸ ਨਾਲ ਗੱਲ ਕਰੇਗਾ ਉਦੋਂ ਬਣੇਗਾ ਬੇਸਿਕ ਸਾਲਟ ਪਲੱਸ ਵਾਟਰ। ਜਦੋਂ ਸਟਰੋਂਗ ਐਸਿਡ ਪਲੱਸ ਸਟਰੋਂਗ ਬੇਸ ਬਣੇਗਾ, ਯਾਨੀ ਦੋਨੋਂ ਸਟਰੋਂਗ ਹੋਣਗੇ, ਐਸਿਡ ਵੀ ਤੁਹਾਡਾ ਸਟਰੋਂਗ ਹੋਏਗਾ, ਤੁਹਾਡਾ ਬੇਸ ਵੀ ਸਟਰੋਂਗ ਹੋਏਗਾ, ਤੇ ਤੁਹਾਡੇ ਕੋਲ ਬਣੇਗਾ ਨਿਊਟਰਲ ਸਾਲਟ ਪਲੱਸ ਵਾਟਰ। ਜੇ ਤੁਹਾਡੇ ਕੋਲ ਵੀਕ ਐਸਿਡ ਦਾ ਵੀਕ ਬੇਸ ਦੋਨੋਂ ਰਿਐਕਸ਼ਨ ਕਰ ਰਹੇ ਆ, ਫਿਰ ਨਿਊਟਰਲ ਸਾਲਟ ਤੇ ਵਾਟਰ। ਮੈਂ ਤੁਹਾਨੂੰ ਇਹਨਾਂ ਸਾਰਿਆਂ ਦੀ ਐਗਜ਼ਾਮਪਲ ਉੱਤੇ ਦੇਤੀ ਹੈ ਕਿ ਸਟਰੋਂਗ ਐਸਿਡ ਕਿਹੜੇ ਹੁੰਦੇ ਆ, HCl H2SO4 ਹੈ ਨਾ, HNO3। ਵੀਕ ਬੇਸ ਕਿਹੜੇ ਹੁੰਦੇ ਆ, ਅਮੋਨੀਅਮ ਹਾਈਡਰੋਕਸਾਈਡ। ਇਹ ਤੁਸੀਂ ਚੀਜ਼ਾਂ ਕਰਨੀਆਂ ਹੈ ਜਦੋਂ ਤੁਸੀਂ ਕੀ ਕਰਦੇ ਹੋ ਕਿ ਜਦੋਂ ਤੁਸੀਂ ਸਟਰੋਂਗ ਐਸਿਡ ਵੀਕ ਬੇਸ ਦੇ ਨਾਲ ਰਿਐਕਸ਼ਨ ਕਰੇਗਾ देयर इज अ ਫਾਰਮੇਸ਼ਨ ਆਫ ਐਸਿਡਿਕ ਸਾਲਟ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਵੀਕ ਐਸਿਡ ਜਦੋਂ ਸਟਰੋਂਗ ਬੇਸ ਨਾ ਕਰੇਗਾ ਉਦੋਂ ਕੀ ਬਣੇਗਾ ਸਾਡੇ ਕੋਲ ਬੇਸਿਕ ਸਾਲਟ। ਜੇ ਮੈਂ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਦੀ ਗੱਲ ਕਰਾਂ ਤਾਂ देयर इज अ ਫਾਰਮੇਸ਼ਨ ਆਫ ਨਿਊਟਰਲ ਸਾਲਟ ਪਲੱਸ ਵਾਟਰ। ਅੱਛਾ ਮੈਨੂੰ ਹੁਣ ਇੱਕ ਗੱਲ ਦੱਸੋ, ਟਮਾਟਰ 'ਚ ਕਿਹੜਾ ਐਸਿਡ ਹੁੰਦਾ, ਟਮਾਟਰ ਕਿਹੜਾ ਐਸਿਡ ਹੁੰਦਾ, ਅੱਛਾ ਜੀ ਵੈਰੀ ਗੁੱਡ,
ਠੀਕ ਹੈ। ਤੇ ਹੁਣੇ ਤੱਕ ਆਪਾਂ ਰਿਐਕਸ਼ਨ ਕੀਤੀ ਸੀ, ਮੈਂ ਤੁਹਾਨੂੰ ਇੱਕ ਰਿਐਕਸ਼ਨ ਕਰਾਈ ਹੈ ਕਿ when zinc react with sodium hydroxide ਤਾਂ ਕੀ ਬਣਦਾ, ਹੁਣੇ ਉੱਤੇ ਕਰਾਈ ਮੈਂ ਤੁਹਾਨੂੰ, ਮੈਂ ਕਿਹਾ ਨਾਲ ਨਾਲ MCQs ਵੀ ਪੁੱਛੀ ਜਾਵਾਂ ਨਾ ਤੁਹਾਨੂੰ। ਹਾਂ ਕੀ ਬਣਦਾ, ਹਾਈਡਰੋਜਨ। सोडियम क्लोराइड प्लस हाइड्रोजन। ਹਾਈਡਰੋਜਨ ਤਾਂ ਸਹੀ ਹੈ, ਪਰ ਹੁਣ ਇਹ ਬੇਟਾ ਜੀ ਤੁਸੀਂ ਗੱਲ ਨਹੀਂ ਸਮਝਦੇ, ਤੁਸੀਂ ਪਤਾ ਕੀ ਰੱਟਾ ਲਾਉਂਦੇ ਹੋ। ਇਹ ਸੋਡੀਅਮ ਹਾਈਡਰੋਕਸਾਈਡ ਕੀ ਹੈ, ਬੇਸ ਹੈ, ਇਹ ਐਸਿਡ ਨਹੀਂ ਹੈ ਕਿ ਜ਼ਿੰਕ ਕਲੋਰਾਈਡ ਬਣ ਜਾਏਗਾ। ਇਹ ਕੀ ਬਣੇਗਾ, ਇਹ ਰਿਐਕਸ਼ਨ ਹੈ when sodium react with this, ਕੀ ਬਣੇਗਾ, ਇਹ ਬਣੇਗਾ ਬੇਟਾ ਸੋਡੀਅਮ ਜ਼ਿੰਕੇਟ ਪਲਸ ਹਾਈਡਰੋਜਨ। ਇਹਨੂੰ ਕੀ ਕਹਿੰਦੇ ਆ, ਸੋਡੀਅਮ ਜ਼ਿੰਕੇਟ। ਕੀ ਕਹਿੰਦੇ ਆ, ਬੋਲੋ। सोडियम जिंकेट। ਹਾਂ ਸੋਡੀਅਮ ਜ਼ਿੰਕੇਟ। ਏਦਾਂ ਹੀ ਜਦੋਂ ਅਲਮੀਨੀਅਮ ਨਾਲ ਰਿਐਕਸ਼ਨ ਕਰਦਾ ਉਦੋਂ ਕੀ ਬਣਦਾ ਹੈ, ਸੋਡੀਅਮ ਐਲੀਮੀਨੇਟ। ਕੀ ਬਣਦਾ ਹੈ, ਸੋਡੀਅਮ ਐਲੀਮੀਨੇਟ। ਤੇ ਇਹ ਗੱਲਾਂ ਨੂੰ ਯਾਦ ਰੱਖੋ। ਦੇਖੋ ਤੁਸੀਂ ਨਾਲ ਨਾਲ ਹੀ ਭੁੱਲੀ ਜਾ ਰਹੇ ਹੋ ਤੇ ਫਿਰ ਅੱਗੇ ਕਿੱਦਾਂ ਬਣੇਗੀ ਗੱਲ ਪਰਸੋਂ ਤੱਕ, ਹਨਾ। ਠੀਕ ਹੈ, ਚਲੋ ਅੱਗੇ ਆਪਾਂ ਗੱਲ ਕਰੀਏ ਫਿਰ ਕਿ ਜਦੋਂ ਆਪਾਂ ਇੱਥੇ ਤੱਕ ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ, ਹੁਣ ਤੁਹਾਨੂੰ ਪੁੱਛਾਂ ਮੈਂ ਤੁਹਾਨੂੰ, ਹੁਣ ਪੁੱਛਾਂ? Yes, ma'am. ਹਾਂ, एग्जाम्पल देखो जरा ਇਹਦੀ। ਆ ਮੈਟੈਲਿਕ ਆਕਸਾਈਡਸ ਆਰ ਬੇਸਿਕ ਇਨ ਨੇਚਰ। ਇਹਨੇ ਰਿਐਕਸ਼ਨ ਆਫ ਮੈਟੈਲਿਕ ਆਕਸਾਈਡ ਵਿਦ ਐਸਿਡ ਕਹਤੇ। ਹੁਣ ਮੈਟੈਲਿਕ ਆਕਸਾਈਡ ਕੀ ਚੀਜ਼ ਹੁੰਦੀ ਹੈ, ਮੈਟਲ ਦੇ ਨਾਲ ਜਦੋਂ ਆਕਸਾਈਡ ਲੱਗਾ ਹੋਏ ਯਾਨੀ ਆਕਸੀਜਨ ਲੱਗਾ ਹੋਏ, ਜਿੱਦਾਂ ਮੈਟੈਲਿਕ ਆਕਸਾਈਡ ਐਗਜ਼ਾਮਪਲ ਤੁਹਾਨੂੰ ਕੋਈ ਪੁੱਛੇ ਤਾਂ ਕੀ ਕਹੋਗੇ, ਕੈਲਸ਼ੀਅਮ ਆਕਸਾਈਡ। ਠੀਕ ਹੈ, ਮੈਗਨੀਸ਼ੀਅਮ ਆਕਸਾਈਡ। ਇਹ ਕੀ ਨੇ, ਸਾਡੇ ਬੇਸਿਕ ਆਕਸਾਈਡਸ। ਬੇਸਿਕ ਆਕਸਾਈਡ ਯਾਨੀ ਕਿ ਸਾਡੇ ਮੈਟੈਲਿਕ ਆਕਸਾਈਡ ਜਦੋਂ ਐਸਿਡ ਨਾਲ ਰਿਐਕਸ਼ਨ ਕਰਦੇ ਆ, there is a formation of salt plus water। ਦੇਖੋ ਆ ਕਿੰਨਾ ਅੱਛਾ ਚਾਰਟ ਬਣਾਇਆ ਹੋਇਆ ਅੱਗੇ। ਰਿਐਕਸ਼ਨ ਆਫ ਐਸਿਡਸ, ਜਦੋਂ ਮੈਟਲ ਕਾਰਬੋਨੇਟ ਨਾਲ ਰਿਐਕਸ਼ਨ ਕਰੇਗਾ there is a formation of carbon dioxide। ਜਦੋਂ ਰਿਐਕਸ਼ਨ ਆਫ ਐਸਿਡ ਕੱਲੀ ਮੈਟਲ ਨਾਲ ਹੋਏਗੀ, ਦੇਖੋ ਇੱਥੇ ਮੈਟਲ ਕਾਰਬੋਨੇਟ ਲਿਖਿਆ, there is a formation of CO2 ਕਾਰਬਨ ਡਾਈਆਕਸਾਈਡ। ਜਦੋਂ ਆਪਾਂ ਕੱਲੀ ਮੈਟਲ ਨਾਲ ਹੋਏਗੀ there is a formation of hydrogen gas। ਠੀਕ ਹੈ, ਜੇ ਮੈਟਲ ਹਾਈਡਰੋਜਨ ਕਾਰਬੋਨੇਟ ਨਾਲ ਹੋਏਗੀ ਪਾਣੀ ਵੀ ਨਾਲ ਬਣੇਗਾ। ठीक है, सॉल्ट प्लस कार्बन डाइऑक्साइड प्लस वाटर बनेगा, सारा मेटल कार्बोनेट वाला ही बैलेंसिंग च फर्क आएगा। जे मेटल ऑक्साइड ना रिएक्शन होएगी सॉल्ट प्लस वाटर बनेगा। ठीक है, ऐदा ही जे तुसी रिएक्शन ऑफ एसिड विद बेस करोगे, आ देखो लास्ट जिन्हों ने न्यूट्रलाइजेशन रिएक्शन कहता यानी उदासीनीकरण कहता, उत्थे की बनेगा सॉल्ट प्लस वाटर। एदी ना एक फोटो बना लो कॉपी च, पेपर तो पहले जस्ट गो थ्रू कर जो इनू। एक आ वाला चार्ट वेरी इंपॉर्टेंट, एक ओ वाला चार्ट ਜਿਹੜਾ ਆਪਾਂ ਕੀਤਾ ਸੀ ਉੱਤੇ ਕਿਹੜਾ ਉਹਦਾ ਇੰਡੀਕੇਟਰਸ ਵਾਲਾ। ਠੀਕ ਹੈ, ਰਿਐਕਸ਼ਨ ਆਫ ਬੇਸ ਪਲਸ ਮੈਟਲ, ਸਾਲਟ ਪਲਸ ਹਾਈਡਰੋਜਨ। ਅੱਛਾ ਇੱਕ ਗੱਲ ਹੋਰ ਬੇਟਾ, ਬੇਸ ਮੈਟਲ ਕਾਰਬੋਨੇਟ ਨਾਲ ਨੋ ਰਿਐਕਸ਼ਨ, ਬੇਸ ਮੈਟਲ ਹਾਈਡਰੋਜਨ ਕਾਰਬੋਨੇਟ ਨਾਲ ਨੋ ਰਿਐਕਸ਼ਨ। ਠੀਕ ਹੈ, रिएक्शन ऑफ बेस विद एसिड वो सॉल्ट प्लस वाटर, रिएक्शन ऑफ नॉन मेटैलिक ऑक्साइड सॉल्ट प्लस वाटर। ठीक है, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ। ਜੇ ਬਾਈ ਚਾਂਸ ਤੁਹਾਨੂੰ ਥੱਲੇ ਆ ਜਾਣ ਕਿ ਜਦੋਂ ਰਿਐਕਸ਼ਨ ਆਫ ਬੇਸ ਹੁੰਦਾ ਹੈ with metal carbonate there is a formation of hydrogen gas, oxygen there is a formation of hydrogen gas। ਪਹਿਲੀ ਆਪਸ਼ਨ ਇਹ ਆ ਜੇ, ਦੂਜੀ ਆ ਜੇ there is a formation of carbon dioxide gas, ਤੀਜੀ ਆਪਸ਼ਨ ਆ ਜੇ there is a no reaction, ਔਰ ਚੌਥਾ ਆ ਜੇ salt। ਤੇ ਕੀ ਆਨਸਰ ਆਏਗਾ, when no reaction, when base react with metal carbonate there is a नो रिएक्शन, और मेटल हाइड्रोजन कार्बोनेट ते उत्थे कोई रिएक्शन नहीं होएगी। ठीक है, चलो अगे आ जाओ। व्हाट डू ऑल एसिड्स एंड बेसिस हैव इन कॉमन? सारे एसिड ते बेसिस च की है कॉमन? ऑल एसिड हैव H पॉजिटिव आयन इन कॉमन, वेरी इंपॉर्टेंट थिंग। ऑल बेस हैव OH नेगेटिव आयन। हाँ, मैनू इत्थे एग्जांपल दो एसिड दी, जल्दी बोलो। एसिड दो एसिड है HCl, हाँ जी, और HNO3 है ना। सारे एसिड्स चो कहंदा की कॉमन हुंदा जी H पॉजिटिव, ते सारे बेसिस च की कॉमन हुंदा जी OH नेगेटिव। ਤੁਹਾਨੂੰ ਮੈਂ ਕਿਹਾ ਸੀ ਕਿ ਇਹ ਚੈਪਟਰ ਬਹੁਤ ਇੰਪੋਰਟੈਂਟ ਹੈ, ਇਹਦੇ ਐਂਡ ਵਿੱਚ ਜਿਹੜੇ ਸੋਲਟਸ ਹੈ ਨਾ ਉਹਦੇ ਸਾਰੇ ਯੂਜ਼ਸ ਆਂਦੇ ਹੀ ਆਂਦੇ ਆ। ਅੱਛਾ ਹੁਣ ਇੱਕ ਗੱਲ ਦੇਖਿਓ, ਕਹਿੰਦਾ ਸੋਡੀਅਮ ਕਾਰਬੋਨੇਟ, ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਫਿਰ ਆਨਸਰ ਕਰਿਓ, ਵੈਰੀ ਇੰਪੋਰਟੈਂਟ ਕੁਐਸਚਨ।
ਸੋਡੀਅਮ ਕਾਰਬੋਨੇਟ, ਧਿਆਨ ਨਾਲ, ਸੋਡੀਅਮ ਕਾਰਬੋਨੇਟ ਇਜ਼ ਦ ਬੇਸਿਕ ਸਾਲਟ। ਕਿਹੜਾ ਸਾਲਟ ਹੈ? बेसिक। ਬੇਸਿਕ ਸਾਲਟ ਹੈ, ਬਿਕੋਜ਼ ਜਿਹੜਾ ਮੈਂ ਹੁਣੇ ਉੱਤੇ ਪੜਾਇਆ ਮੈਂ ਨਾਲ ਨਾਲ ਉਹਦੇ MCQs ਤਾਂ ਕਰਾ ਰਹੀ ਹਾਂ ਕਿਉਂਕਿ ਪੇਪਰ 'ਚ ਤੁਹਾਨੂੰ MCQ ਆਣੇ ਆ। ਸਾਲਟ ਆਫ, ਧਿਆਨ ਨਾਲ, ਕਾਲੀ ਨਹੀਂ ਕਰਨੀ। ਜੇ ਤਾਂ ਉੱਤੇ ਮੇਰਾ ਦਿਖਾਇਆ ਚਾਰਟ ਕਿਸੇ ਨੇ ਬਣਾਇਆ ਤੇ ਉਹ ਤੇ 1 ਮਿੰਟ 'ਚ ਇਹਨੂੰ ਆਨਸਰ ਕਰ ਦੇਗਾ, ਤੇ ਜੇ ਨਹੀਂ ਕਿਸੇ ਨੇ ਬਣਾਇਆ ਤਾਂ ਫਿਰ ਉਹਦੇ ਲਈ ਪ੍ਰੋਬਲਮ ਹੈ, ਠੀਕ ਹੈ, ਉਹਨੂੰ ਸੋਚਣਾ ਪਏਗਾ ਥੋੜਾ ਜਿਹਾ। ਕਹਿੰਦਾ ਕਿ ਜਿਹੜਾ ਸੋਡੀਅਮ ਕਾਰਬੋਨੇਟ ਹੈ ਉਹ ਇੱਕ ਬੇਸਿਕ ਸਾਲਟ ਹੈ ਕਿਉਂਕਿ ਉਹ ਬਣਿਆ ਸਟਰੋਂਗ ਐਸਿਡ ਸਟਰੋਂਗ ਬੇਸ ਤੋਂ। ਧਿਆਨ ਨਾਲ, मैम बिकॉज वो बने वीक एसिड एंड स्ट्रॉन्ग बेस तो। ਕਿਉਂਕਿ ਉਹ ਕਿਤੋਂ ਬਣਿਆ? वीक एसिड एंड स्ट्रॉन्ग बेस। ਵੈਰੀ ਗੁੱਡ ਜਸਲੀਨ, ਉਹਨੇ ਬਿਲਕੁਲ ਸਹੀ ਆਨਸਰ ਦਿੱਤਾ। ਬੇਟਾ ਜਿਹੜੇ ਬੱਚੇ ਨੇ ਉਤਲਾ ਚਾਰਟ ਬਣਾਇਆ ਹੈ ਉਹ ਬਹੁਤ ਆਸਾਨੀ ਨਾਲ ਇਹਨੂੰ ਆਨਸਰ ਕਰ ਦੇਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬੇਸਿਕ ਸਾਲਟ ਕਦੋਂ ਬਣਦੇ ਨੇ, ਸਟਰੋਂਗ ਐਸਿਡ ਐਂਡ ਵੀਕ ਬੇਸ। ਐਂਡ ਲਾਸਟ ਆਪਸ਼ਨ ਜੋ ਸਾਡੀ ਸਹੀ ਆਪਸ਼ਨ ਹੈ, ਵੀਕ ਐਸਿਡ ਐਂਡ ਸਟਰੋਂਗ ਬੇਸ, ਵੀਕ ਐਸਿਡ ਐਂਡ ਸਟਰੋਂਗ ਬੇਸ। ਆ ਦੇਖੋ ਸੋਡੀਅਮ ਕਾਰਬੋਨੇਟ, ਦੇਖੋ ਤੁਹਾਨੂੰ ਸੋਡੀਅਮ ਕਾਰਬੋਨੇਟ ਦਾ ਫਾਰਮੂਲਾ ਪਤਾ ਹੈ ਕਿ ਨਹੀਂ, ਉਹ ਇਸ ਕੁਐਸਚਨ ਲਈ ਜ਼ਰੂਰੀ ਨਹੀਂ ਹੈ ਆਨਸਰ ਦੇਣਾ ਕਿਉਂਕਿ ਆਨਸਰ ਤਾਂ ਉਹਨੇ ਆਪ ਹੀ ਦੇ ਦਿੱਤਾ। ਉਹਨੇ ਆਨਸਰ ਆਪ ਕਿੱਦਾਂ ਦੇ ਦਿੱਤਾ ਕਿ ਜਿਹੜਾ ਸੋਡੀਅਮ ਕਾਰਬੋਨੇਟ ਹੈ ਉਹ ਕਿਹੜਾ ਸਾਲਟ ਹੈ? बेसिक। ਬੇਸਿਕ ਸਾਲਟ। ਹੁਣ ਦੇਖੋ ਜਿਹੜਾ ਮੈਂ ਉੱਪਰ ਤੁਹਾਨੂੰ ਚਾਰਟ ਕਰਾਇਆ ਸੀ ਹੁਣੇ, ਆ ਦੇਖੋ ਕਰਾਇਆ ਸੀ ਨਾ ਕਿ ਬੇਸਿਕ ਸਾਲਟ ਕਦੋਂ ਬਣਦਾ ਹੈ? ਦੇਖੋ ਬੋਲੋ ਸਤੀਸ਼ ਬੋਲੋ। With weak acid and strong base। ਹਾਂ, ਜਦੋਂ ਵੀਕ ਐਸਿਡ ਤੇ ਸਟਰੋਂਗ ਬੇਸ ਮਿਲਦੇ ਨੇ ਤੇ ਕਿਹੜਾ ਸਾਲਟ ਬਣਦਾ ਨੇ? ਬੇਸਿਕ ਸਾਲਟ। ਪਰ ਜਦੋਂ ਸਟਰੋਂਗ ਐਸਿਡ ਤੇ ਇੱਕ ਗੱਲ ਦੇਖੋ, ਇੱਕ ਦਿਮਾਗ ਥੋੜਾ ਜਿਹਾ ਲਾਓ, ਬੇਸਿਕ ਸਾਲਟ ਬਣਿਆ ਤੇ ਇਹਦਾ ਮਤਲਬ ਬੇਸ ਸਟਰੋਂਗ ਹੋਏਗਾ। ਬੇਸਿਕ ਸਾਲਟ ਬਣਿਆ ਨਾ ਤੇ ਇਹਦਾ ਮਤਲਬ ਬੇਸ ਸਟਰੋਂਗ ਹੋਏਗਾ। ਜੇ ਸਟਰੋਂਗ ਐਸਿਡ ਹੋਏਗਾ ਇਹਦਾ ਮਤਲਬ ਐਸਿਡਿਕ ਸਾਲਟ ਹੋਏਗਾ, ਹਨਾ? ਤੇ ਜੇ ਸਟਰੋਂਗ ਐਸਿਡ ਤੇ ਸਟਰੋਂਗ ਬੇਸ ਹੈ ਉਹ ਤੇ ਗੱਲ ਹੀ ਸਿੱਧੀ ਹੈ ਕਿ ਨਿਊਟਰਲ ਸਾਲਟ ਹੈ, ਤੇ ਵੀਕ ਐਸਿਡ ਤੇ ਵੀਕ ਬੇਸਿਡ ਹੈ ਉਹ ਵੀ ਨਿਊਟਰਲ ਸਾਲਟ ਹੈ। ਉਹ ਵੀ ਨਿਊਟਰਲ ਹੈ, ਠੀਕ ਹੈ ਨਾ? ਸਮਝ ਲੱਗੀ? ਥੋੜਾ ਜਿਹਾ ਪ੍ਰੈਜ਼ੈਂਸ ਆਫ ਮਾਈਂਡ ਨਾਲ ਤੁਹਾਨੂੰ ਪੇਪਰ ਕਰਨਾ ਪੈਣਾ, ਠੀਕ ਹੈ? ਅੱਛਾ, ਆ ਜਿਹੜੀ ਚੀਜ਼ ਲਿਖੀ ਹੈ H3O ਪੋਜ਼ਿਟਿਵ, ਇਹਨੂੰ ਕੀ ਕਹਿੰਦੇ ਨੇ? मैम कौन? H3O ਪੋਜ਼ਿਟਿਵ ਜਿਹਨੂੰ ਮੈਂ ਉਹ ਕੀਤਾ ਹੈ मैम हाइड्रोनियम आयन। ਹਾਈਡਰੋਨੀਅਮ ਆਇਨ, ਇਹਨੂੰ ਕੀ ਕਹਿੰਦੇ ਨੇ? ਹਾਈਡਰੋਨੀਅਮ ਆਇਨ। ਠੀਕ ਹੈ, ਵੈਰੀ ਇੰਪੋਰਟੈਂਟ ਥਿੰਗ, ਇਹਨੂੰ ਆਪਾਂ ਕਹਿੰਦੇ ਆ ਹਾਈਡਰੋਨੀਅਮ ਆਇਨ। ਔਰ ਬੇਟਾ ਇਹ ਕਿੱਦਾਂ ਬਣਦਾ ਹੈ? ਵੈਨਐਵਰ ਵਾਟਰ ਰਿਐਕਟ ਵਿਦ H ਪੋਜ਼ਿਟਿਵ, ਜਿਹੜਾ H ਪੋਜ਼ਿਟਿਵ ਆਇਨ ਹੈ ਨਾ ਉਹ ਤਕਰੀਬਨ ਜਿਹੜਾ ਹੈ ਉਹ ਕੱਲਾ ਨਹੀਂ ਮਤਲਬ ਐਗਜ਼ਿਸਟ ਕਰਦਾ, ਤੇ ਉਹ ਕੀ ਕਰਦਾ ਹੈ ਜਿਹੜਾ H ਪੋਜ਼ਿਟਿਵ ਆਇਨ ਹੈ ਉਹ ਵਾਟਰ ਦੇ ਨਾਲ ਰਿਐਕਸ਼ਨ ਕਰਕੇ ਹਾਈਡਰੋਨੀਅਮ ਆਇਨ ਬਣਾ ਲੈਂਦਾ ਹੈ। ਠੀਕ ਹੈ, ਇੱਕ ਗੱਲ ਮੈਂ ਐਂਡ 'ਚ ਹੋਰ ਤੁਹਾਨੂੰ ਇੱਥੇ ਦੱਸਣੀ ਸੀ, ਸਟਾਰਟਿੰਗ 'ਚ ਵੀ ਦੱਸੀ ਕਿ ਜਿਹੜੇ ਬੇਸਿਸ ਪਾਣੀ 'ਚ ਸੋਲੇਬਲ ਹੁੰਦੇ ਉਹਨਾਂ ਨੂੰ ਆਪਾਂ ਅਲਕਲੀ ਕਹਿੰਦੇ ਆ। ਕੀ ਕਹਿੰਦੇ ਆ? ਅਲਕਲੀ ਕਹਿੰਦੇ ਆ। ਔਰ ਲਾਸਟ ਕੁਐਸਚਨ ਜਿਹੜਾ ਸਾਡੇ ਬੋਰਡ ਦੇ ਪੇਪਰਾਂ 'ਚ ਬਹੁਤ ਪੁੱਛਿਆ ਜਾਂਦਾ ਹੈ, ਪਲੱਸ ਇਹ ਵੀ ਕਿ ਉਹ ਕੁਐਸਚਨ ਨੂੰ ਆਮ ਤੌਰ ਤੇ ਅਸੀਂ ਮਤਲਬ ਕਲਾਸ 'ਚ ਵੀ ਪੁੱਛਦੇ ਆ ਕਿ ਕਿੱਦਾਂ ਕਰਨਾ ਜੀ, ਪਾਣੀ ਨੂੰ ਐਸਿਡ 'ਚ ਪਾਣਾ ਕਿ ਐਸਿਡ ਨੂੰ ਪਾਣੀ 'ਚ? मैम वाटर में एसिड डालना। नहीं मैम। हाँ, एसिड ਨੂੰ ਪਾਣੀ ਚ ਪਾਉਣਾ ਹੈ, एसिड ਨੂੰ पानी च पाना है। हाँ, कि वाटर में एसिड डालना है। क्यों? इफ वाटर इज एडेड टू एसिड, एक क्वेश्चन इंपॉर्टेंट है क्योंकि बच्चे तकरीबन कंफ्यूज होते हैं कि आग लग जाएगी आसपास है। लग जाती है। हाँ, इफ वाटर एडेड टू एसिड हीट जनरेटेड, अगर आप पानी ਨੂੰ एसिड ਚ ਪਾਵਾਂਗੇ ਨਾ ਤੇ ਹੀਟ ਜਨਰੇਟ ਹੋਏਗੀ ਐਂਡ ਮੇ ਕਾਜ਼ ਦਾ ਮਿਕਸਚਰ ਸਪਲੈਸ਼ ਆਊਟ। ਜਿੱਦਾਂ ਇੱਥੇ ਤੁਸੀਂ ਖੜੇ ਹੋ ਤਾਂ ਤੁਹਾਡੇ ਮੂੰਹ ਤੇ ਸਪਲੈਸ਼ ਆਊਟ ਹੋ ਸਕਦਾ ਮਿਕਸਚਰ, ਐਂਡ ਇਟ ਕਾਜ਼ ਬਰਨਸ ਐਂਡ ਗਲਾਸ ਕੰਟੇਨਰ ਮੇ ਆਲਸੋ ਬ੍ਰੇਕ। ਹਮੇਸ਼ਾ ਐਸਿਡ ਨੂੰ ਪਾਣੀ ਚ ਪਾਣਾ ਹੈ ਤੇ ਹੌਲੀ ਹੌਲੀ ਪਾਣਾ ਹੈ। ਠੀਕ ਹੈ, ਹੁਣ ਦੇਖੋ ਜਦੋਂ ਤੁਸੀਂ ਐਸਿਡ ਨੂੰ ਪਾਣੀ ਚ ਪਾਉਂਦੇ ਹੋ, ਮਿਕਸ ਕਰਦੇ ਹੋ ਐਸਿਡ ਜਾਂ ਪਾਣੀ ਨੂੰ, ਤਾਂ ਤੁਸੀਂ ਕੀ ਕਰ ਰਹੇ ਹੋ? ਕੋਈ ਚੀਜ਼ ਹੈ, ਠੀਕ ਹੈ, ਮੰਨ ਲਓ ਇਹ ਸਟਰੋਂਗ ਐਸਿਡ ਹੈ ਕੋਈ, ਠੀਕ ਹੈ ਜੀ। ਹੁਣ ਤੁਸੀਂ ਸਟਰੋਂਗ ਐਸਿਡ ਦੇ ਵਿੱਚ ਪਾਣੀ ਪਾ ਰਹੇ ਹੋ, ਵਾਟਰ ਐਡ ਕਰ ਰਹੇ ਹੋ, ਹਨਾ? ਤੇ ਇਹ ਪ੍ਰੋਸੈਸ ਨੂੰ ਕੀ ਕਵਾਂਗੇ? ਪਤਲਾ ਕਰ ਰਹੇ ਹੋ ਨਾ ਤੁਸੀਂ, ਪਤਲਾ ਕਰ ਰਹੇ ਹੋ ਐਸਿਡ ਨੂੰ, ਤਾਂ ਹੀ ਪਾਣੀ ਪਾ ਰਹੇ ਹੋ। ਮੈਂ ਸਟਾਰਟਿੰਗ 'ਚ ਤੁਹਾਨੂੰ ਇੱਕ ਚੀਜ਼ ਕਰਾਈ ਸੀ, ਪਤਲਾ ਕਰ ਰਹੇ ਹੋ ਨਾ ਤੁਸੀਂ ਐਸਿਡ ਨੂੰ, ਤਾਂ ਉਹ 'ਚ ਪਾਣੀ ਪਾ ਰਹੇ ਹੋ, ਯਾਨੀ ਉਹਨੂੰ ਡਿਲੂਟ ਕਰ ਰਹੇ ਹੋ। ਤੇ ਇਸ ਕਿਰਿਆ ਨੂੰ ਕੀ ਕਹਿੰਦੇ ਆ? डिल्यूशन। हाँ, डिल्यूशन। डिल्यूट। डिल्यूशन
dilute ਕਰ ਰਹੇ ਹੋ ਉਹਨੂੰ ਤੁਸੀਂ whenever you add water to the strong acid or strong base ਉਹਨੂੰ ਪਤਲਾ ਕਰਨ ਲਈ ਉਹਨੂੰ dilute ਕਰਨ ਲਈ this process is known as dilution ਕੀ ਕਹਿੰਦੇ ਉਹਨੂੰ dilution ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੇ ਜੋ ਵੀ ਹੈ ਜੋ strong acid ਚ ਤੁਹਾਨੂੰ ਪਤਾ ਹਾਈਡਰੋਨੀਅਮ ਆਇਨ ਹੁੰਦੇ ਨੇ ਤੇ strong base ਚ ਕਿਹੜੇ ਹੁੰਦੇ ਨੇ OH ਨੈਗੇਟਿਵ ਆਇਨ ਤੁਸੀਂ ਕੀ ਕਰਦੇ ਹੋ ਉਹਨਾਂ ਦੀ ਜਿਹੜੀ ਪਰਸੈਂਟੇਜ ਹੈ ਉਹਨਾਂ ਦਾ ਜਿਹੜਾ ਏਰੀਆ ਹੈ ਪਰ ਯੂਨਿਟ ਵੋਲਿਊਮ ਹੈ ਉਹ ਘਟਾ ਰਹੇ ਹੋ ਠੀਕ ਹੈ ਐਂਡ ਦੈਟ ਪ੍ਰੋਸੈਸ ਇਜ਼ ਨੋਨ ਐਜ਼ ਡਿਲੂਸ਼ਨ ਅੱਛਾ ਚਲੋ ਮੈਂ ਇੱਥੇ ਇੱਕ ਕੁਐਸਚਨ ਤੁਹਾਨੂੰ ਸਿੰਪਲ ਜਿਹਾ ਪੁੱਛ ਰਹੀ ਹਾਂ ਸੋਡੀਅਮ ਹਾਈਡਰੋਆਕਸਾਈਡ ਇਜ਼ ਪਹਿਲੇ ਤਾਂ ਕਿਸੇ ਜਿਹਨੂੰ ਸੋਡੀਅਮ ਹਾਈਡਰੋਆਕਸਾਈਡ ਦਾ ਫਾਰਮੂਲਾ ਆਉਂਦਾ ਉਹ ਦੱਸੋ sodium hydroxide is anybody who knows the formula NaSO4 NaSO4 ਹੋਰ ਕੋਈ ਇੰਨੀਆਂ ਆਵਾਜ਼ਾਂ ਨਾਲ ਨਹੀਂ ਸਮਝ ਲੱਗਣੀ ਇੱਕ ਨੇਹਾ ਹਾਂਜੀ ਬੋਲੋ NaOH ਹਾਂਜੀ ਬੇਟਾ ਜਸਲੀਨ ਇਹ 'ਚ ਕੀ ਹੈ ਸੋਡੀਅਮ ਹਾਈਡਰੋਕਸਾਈਡ ਹੈ ਮੈਂ ਸੋਡੀਅਮ ਸਲਫੇਟ ਨਹੀਂ ਕਿਹਾ ਜਿਹੜਾ ਤੁਸੀਂ ਐਸ ਲਾ ਰਹੇ ਹੋ ਅੱਛਾ ਕੁਐਸਚਨ ਆ ਸਕਦਾ ਹੈ it is a weak base weak acid strong base ke strong acid strong base very good ਠੀਕ ਹੈ ਬੇਟਾ ਜੀ ਤੁਸੀਂ ਇਹ ਨਹੀਂ ਮੰਨ ਕੇ ਚੱਲਣਾ ਹੁਣ ਤੁਸੀਂ ਪਤਾ ਬਹੁਤ ਹਾਈ ਲੈਵਲ ਦਾ ਟੈਸਟ ਦੇ ਰਹੇ ਹੋ ਇਹ ਚ ਹਰ ਲਾਈਨ ਕੁਐਸਚਨ ਹੈ ਠੀਕ ਹੈ ਹਰ ਲਾਈਨ ਵਿੱਚ ਕੁਐਸਚਨ ਹੈ ਦੇਖੋ ਮੈਂ ਹੁਣੇ ਤੁਹਾਨੂੰ ਸਟਾਰਟਿੰਗ ਚ ਮੈਂ ਦੁਬਾਰਾ ਜਾਣੀ ਆ ਮੈਂ ਤੁਹਾਨੂੰ ਇੱਥੇ ਰਟਾਇਆ ਸੀ ਕਿ ਆ ਦੇਖੋ ਤੁਸੀਂ ਕਹਿਣਾ ਮੈਮ ਝੂਠ ਬੋਲਦੇ ਪਏ ਆ ਕੀ ਕਿਹਾ ਮੈਂ ਦੇਖੋ ਪੜੋ ਜਰਾ ਪੜੋ ਸਟਰੋਂਗ bases ਕਿਹੜੇ ਕਿਹੜੇ ਆ ਸੋਡੀਅਮ ਔਰ ਦੇਖੋ ਉੱਥੇ ਮੈਂ ਤੁਹਾਨੂੰ ਕਿਹਾ ਸੀ ਨਾ ਨਾਮ ਦੱਸੋ ਮੈਨੂੰ ਕਿਹੜੇ ਕਿਹੜੇ ਨੇ ਉਦੋਂ ਤੁਸੀਂ ਨਾਮ ਠੀਕ ਬੋਲਤੇ ਮੈਂ ਕਿਹਾ ਸੀ ਨਾ ਦੱਸੋ ਇਹ ਕੀ ਹੈ NaOH ਮੈਂ ਤਾਂ ਨਾਮ ਬੋਲਿਆ ਹੀ ਨਹੀਂ ਸੀ ਮੈਂ ਕਿਹਾ ਸੀ ਦੱਸੋ NaOH ਕੀ ਹੈ ਤੁਸੀਂ ਆਪ ਬੋਲਿਆ ਸੀ ਸੋਡੀਅਮ ਹਾਈਡਰੋਕਸਾਈਡ ਹੈ ਮੈਂ ਕਿਹਾ ਸੀ KOH ਕੀ ਹੈ ਤੁਸੀਂ ਕਹਿੰਦੇ ਸੀ ਪੋਟਾਸ਼ੀਅਮ ਹਾਈਡਰੋਕਸਾਈਡ ਹੈ COH ਟਵਾਈਸ ਕੀ ਹੈ ਤੁਸੀਂ ਕਹਿੰਦੇ ਸੀ ਕੈਲਸ਼ੀਅਮ ਹਾਈਡਰੋਕਸਾਈਡ ਹੈ ਤੁਸੀਂ ਦੱਸਿਆ ਸੀ ਮੈਨੂੰ ਹਨਾ ਬੇਟਾ ਇਹ ਸਾਰੇ ਕੀ ਨੇ ਸਟਰੋਂਗ ਬੇਸਿਸ ਇਹ ਸਾਰੇ ਕੀ ਨੇ ਵੀਕ ਬੇਸ ਠੀਕ ਹੈ ਇਹ ਸਾਰੇ ਕੀ ਨੇ ਵੀਕ ਬੇਸ ਠੀਕ ਹੈ ਚਲੋ ਅਗਲੀ ਗੱਲ ਕਰੀਏ ਵੈਰੀ ਇੰਪੋਰਟੈਂਟ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਸਟਰੈਂਥ ਆਫ ਐਸਿਡ ਐਂਡ ਬੇਸਿਸ ਜਿਹਨੂੰ ਆਪਾਂ pH ਸਕੇਲ ਕਹਿੰਦੇ ਆ ਸਭ ਤੋਂ ਵੱਡੀ ਤਾਂ ਤੁਹਾਨੂੰ ਗੱਲ ਇਹ ਪਤਾ ਹੋਣੀ ਚਾਹੀਦੀ ਹੈ ਕਿ ਜਿਹੜੀ pH 7 ਹੈ ਉਹ ਨਿਊਟਰਲ ਸੋਲੂਸ਼ਨ ਦੀ ਹੈ ਇੱਕ ਗੱਲ ਹੋਰ pH ਜਿਹੜੀ ਹੈ ਉਹ ਜਰਮਨ ਵਰਡ ਤੋਂ ਜਿਹੜੀ ਹੈ ਇਨਵੈਂਟ ਹੋਈ ਜਿਹਨੂੰ ਆਪਾਂ ਕਹਿੰਦੇ ਪੋਟੈਂਸ ਜਿੱਦਾਂ ਆਪਾਂ ਐਸਿਡ ਕਿਹੜੇ ਵਰਡ ਤੋਂ ਜਨਰੇਟ ਹੋਇਆ ਸੀ German ਐਸਿਡ ਨਹੀਂ ਕਿਹੜੇ ਵਰਡ ਕੀ ਨਾਮ ਕੀ ਸੀ ਵਰਡ ਦਾ ਐਸਿਡਸ ਠੀਕ ਹੈ ਨਾ ਤੇ ਐਸਿਡਸ ਵਰਡ ਤੋਂ ਜਨਰੇਟ ਹੋਇਆ ਸੀ ਠੀਕ ਹੈ ਜੀ ਤਾਂ ਉਹ ਇਹ ਕਿੱਥੋਂ ਵਰਡ ਹੋਇਆ ਪੀ ਕਿੱਥੋਂ ਜਨਰੇਟ ਹੋਇਆ ਇਟ ਇਜ਼ ਜਨਰੇਟ ਫਰਮ ਦਾ ਵਰਡ ਪੋਟੈਂਸ ਇਹ ਕਿਹੜੇ ਵਰਡ ਤੋਂ ਹੋਇਆ ਪੋਟੈਂਸ ਠੀਕ ਹੈ ਜਰਮਨ ਵਰਡ ਤੋਂ ਠੀਕ ਹੈ ਐਸਿਡਿਕ ਸੋਲੂਸ਼ਨ ਹੈ ਬੇਸਿਕ ਸੋਲੂਸ਼ਨ ਹੈ ਸਾਰਾ ਜਿਹੜੇ ਸਟਰੋਂਗ ਐਸਿਡ ਹੈ ਉਹਨਾਂ ਦੀ pH 0 ਹੁੰਦੀ ਹੈ ਜਿਹੜੇ ਵੀਕ ਐਸਿਡ ਹੈ ਘਟਦੀ ਜਾਂਦੀ ਹੈ 7 ਤੇ ਆ ਕੇ pH ਜਿਹੜੀ ਹੈ ਨਿਊਟਰਲ ਹੋ ਜਾਂਦੀ ਹੈ ਠੀਕ ਹੈ ਆ ਚਾਰਟ ਹੈ ਤੁਹਾਡਾ ਜੀ ਆ ਐਸਿਡ ਨੇਚਰ ਇਨ ਇਹ ਬੇਸਿਕ ਇਨ ਨੇਚਰ ਠੀਕ ਹੈ 0 to 7 increase in H positive ion decrease in H positive ion ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਹਿਊਮਨ ਬਲੱਡ ਦੀ pH ਕਿੰਨੀ ਹੁੰਦੀ ਹੈ ਹਿਊਮਨ ਬਲੱਡ ਜਲਦੀ ਦੱਸੋ ਹੁਣ ਇੱਕ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਕਿ ਤੁਹਾਡਾ ਬਲੱਡ ਨਾ ਐਸਿਡਿਕ ਹੈ ਨਾ ਬੇਸਿਕ ਹੈ ਹਨਾ ਤੁਹਾਡਾ ਬਲੱਡ ਨਾ ਐਸਿਡਿਕ ਹੈ ਨਾ ਬੇਸਿਕ ਹੈ ਤੁਹਾਡਾ ਬਲੱਡ ਨਿਊਟਰਲ ਹੈ ਹਨਾ ਹੁਣ ਤੁਹਾਡੇ ਬਲੱਡ ਦੀ pH ਧਿਆਨ ਨਾਲ ਦੇਖਿਓ ਆਪਸ਼ਨਸ ਬਹੁਤ ਮੈਂ ਕ੍ਰੂਸ਼ੀਅਲ ਜੀਆਂ ਪਾ ਰਹੀ ਹਾਂ 7 ਤੋਂ 7.2 to 7.8 7.2 to 8 ਧਿਆਨ ਨਾਲ 7 to 8.4 and last is 7.2 to 8.4 जल्दी मैम फर्स्ट ऑप्शन फर्स्ट मैम अच्छा सतीश कह रहा है मैम ऑप्शन फर्स्ट होगा 7.0 फर्स्ट ऑप्शन मैम 7. सोच लो मिन्नू कोई काली नहीं यस मैम ऑप्शन मैम फर्स्ट ऑप्शन yes first option is right ठीक है बेटा जी कि ਜਿਹੜੀ ਸਾਡੇ ਬਲੱਡ ਦੀ pH ਹੈ ਉਹ 7 to 7.8 ਹੁੰਦੀ ਹੈ ਮੈਂ ਲਗਾ ਤਾਂ ਲਿਆ ਸੀ ਪਹਿਲਾ ਪੁਆਇੰਟ ਇਹੀ ਸੀ
Plants and animals are pH sensitive. Our body works with the range pH 7 to 7.8. When pH of rainwater is less than 5.6, ਉਹਨੂੰ ਆਪਾਂ ਕਹਿੰਦੇ ਐਸਿਡਿਕ ਰੇਨ। ਜਿਹੜੀ ਆਪਾਂ ਕਹਿ ਰਹੇ ਆ ਨਾ ਕਿ ਤਾਜ ਮਹਿਲ ਦਾ ਜਿਹੜਾ ਮਾਰਬਲ ਹੈ ਖਰਾਬ ਹੋ ਰਿਹਾ ਡਿਊ ਟੂ ਪ੍ਰੈਜ਼ੈਂਸ ਆਫ ਐਸਿਡ ਰੇਨ, ਪੁੱਛਿਆ ਜਾ ਸਕਦਾ ਹੈ ਕਿ ਉਸ ਜਿਹੜੀ ਐਸਿਡ ਰੇਨ ਦੀ ਪੀਐਚ ਕਿੰਨੀ ਬਿਲੋ ਹੋ ਜਾਂਦੀ ਹੈ, ਕਿੰਨੀ ਹੋ ਜਾਂਦੀ 5.6 ਤੋਂ ਬਿਲੋ ਹੋ ਜਾਂਦੀ ਹੈ, ਤੇ ਆਪਾਂ ਉਸ ਰੇਂਜ ਨੂੰ ਕੀ ਕਹਿ ਦਿੰਦੇ ਆ ਐਸਿਡ ਰੇਨ। ਆਪਾਂ ਕੀ ਕਹਿ ਦਿੰਦੇ ਆ ਐਸਿਡ ਰੇਨ। ਠੀਕ ਹੈ ਜੀ। ਚਲੋ ਪਲਾਂਟਸ ਨੂੰ ਵੀ ਸਪੈਸੀਫਿਕ ਪੀਐਚ ਚਾਹੀਦੀ ਹੁੰਦੀ ਗਰੋਥ ਦੇ ਲਈ। ਹੁਣ ਜਦੋਂ ਆਪਾਂ ਕਹਿੰਦੇ ਸਾਡੀ ਟੁੱਥ ਡਿਕੇ ਹੈ ਜਾਂ ਸਾਨੂੰ ਇਹ ਕਹਿੰਦੇ ਕਿ ਸਾਡੀ ਜਿਹੜੀ ਸਟਮਕ ਹੈ ਉਹ 'ਚ HCl ਮਤਲਬ ਜਿਹੜਾ HCl ਪ੍ਰੋਡਿਊਸ ਕਰਦੀ ਹੈ ਸਾਡੀ ਸਟਮਕ, ਜਿਹੜਾ ਸਾਨੂੰ ਡਾਈਜੈਸ਼ਨ ਯਾਨੀ ਫੂਡ ਨੂੰ ਪਾਚਨ ਵਿੱਚ ਮਦਦ ਕਰਦਾ ਹੈ ਬੇਟਾ ਜੀ, ਉਹ ਜਦੋਂ ਵੀ ਇਨਡਾਈਜੈਸ਼ਨ ਹੁੰਦੀ ਹੈ ਸਾਨੂੰ ਕਿਉਂ ਹੁੰਦੀ ਹੈ? ਕਿਉਂਕਿ ਸਾਡੀ ਜਿਹੜੀ ਸਟਮਕ ਹੁੰਦੀ ਹੈ ਉਹਦੇ ਵਿੱਚ ਪੇਨ ਕਾਜ਼ ਹੁੰਦੀ ਹੈ, ਇਰੀਟੇਸ਼ਨ ਹੋ ਜਾਂਦੀ ਹੈ ਡਿਊ ਟੂ ਦਾ ਫਾਰਮੇਸ਼ਨ ਆਫ ਐਸਿਡ। ਵੱਧ ਜਾਂਦਾ ਐਸਿਡ। ਬੇਟਾ ਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਬਾਰ-ਬਾਰ MCQs ਪੁਆਇੰਟ ਆਫ ਵਿਊ ਤੋਂ ਪੁੱਛਿਆ ਜਾਂਦਾ ਹੈ ਕਿ ਟੂ ਗੈਟ ਰਿਡ ਆਫ ਦਿਸ ਪੇਨ ਪੀਪਲ ਯੂਜ਼ ਐਂਟਐਸਿਡ। ਇਹ ਤਾਂ ਪਤਾ ਹੈ ਤੁਹਾਨੂੰ ਐਸਿਡ ਨੂੰ ਖਤਮ ਕਰਨ ਲਈ ਐਂਟਐਸਿਡ ਯੂਜ਼ ਹੁੰਦਾ ਹੈ, ਪਰ ਇਹਦੀ ਜਿਹੜੀ ਐਗਜ਼ਾਮਪਲ ਵੀ ਪੁੱਛੀ ਜਾਂਦੀ ਹੈ ਮਿਲਕ ਆਫ ਮੈਗਨੀਸ਼ੀਅਮ। ਠੀਕ ਹੈ, ਮੈਗਨੀਸ਼ੀਅਮ ਹਾਈਡਰੋਕਸਾਈਡ ਬੇਸਿਕਲੀ ਇਟ ਇਜ਼ ਨੋਨ ਐਜ਼ ਮੈਗਨੀਸ਼ੀਅਮ ਹਾਈਡਰੋਕਸਾਈਡ। ਠੀਕ ਹੈ जी, ओके ਅੱਗੇ ਚਲਿਏ। ਚਲਿਏ ਚਲੋ ਅੱਗੇ ਚੱਲਣ ਤੋਂ ਪਹਿਲੇ ਫੇਰ ਇੱਕ MCQ, ਸੋਡੀਅਮ ਹਾਈਡਰੋਕਸਾਈਡ। ਤੁਸੀਂ ਕਹਿੰਦਾ ਮੈਡਮ ਚੰਗੇ ਅੱਜ ਸੋਡੀਅਮ ਹਾਈਡਰੋਕਸਾਈਡ ਦੇ ਹੀ ਮਗਰ ਪਏ ਹੈ ਨਾ। ਸੋਡੀਅਮ ਹਾਈਡਰੋਕਸਾਈਡ ਟਰਨਸ ਫਿਨੋਫਥਲੀਨ। ਫਿਨੋਫਥਲੀਨ ਨੂੰ ਜਿਹੜਾ ਸੋਡੀਅਮ ਹਾਈਡਰੋਕਸਾਈਡ ਹੈ ਉਹ ਟਰਨ ਕਰ ਦਿੰਦਾ ਹੈ ਪਿੰਕ, ਯੈਲੋ, ਗਲਤ, ਕਲਰਲੈਸ ਥੋੜੀ ਪਿੰਕ ਮੈਮ ਕੀ ਹੈ? ਮੈਂ ਕਿਹਾ ਨਾ ਮੈਨੂੰ ਪਤਾ ਪਿੰਕ ਹਾਂ ਪਿੰਕ। ਕਿਉਂ? ਕਿਉਂਕਿ ਸੋਡੀਅਮ ਹਾਈਡਰੋਕਸਾਈਡ ਜਿਹੜਾ ਹੈ ਉਹ ਬੇਸ ਹੈ, ਔਰ ਬੇਸ ਫਿਨੋਫਥਲੀਨ ਨੂੰ ਕੀ ਕਰ ਦਿੰਦਾ ਹੈ ਜੀ? ਬੇਸ ਫਿਨੋਫਥਲੀਨ ਨੂੰ ਕੀ ਕਰ ਦਿੰਦਾ ਜੀ? ਪਿੰਕ ਕਰ ਦਿੰਦਾ ਹੈ। ਠੀਕ ਹੈ, ਬੇਸ ਫਿਨੋਫਥਲੀਨ ਨੂੰ ਕੀ ਕਰ ਦਿੰਦਾ ਹੈ? ਪਿੰਕ ਕਰ ਦਿੰਦਾ ਹੈ। ਓਕੇ ਠੀਕ ਹੈ। ਅੱਛਾ ਏਦਾਂ ਹੀ ਹੈ, ਦੇਖੋ ਬੇਟਾ ਜੀ स्ट्रॉन्ग एसिड ना स्ट्रॉन्ग बेस करेगा रिएक्ट तो न्यूट्रल सॉल्ट बनेगा जिदी pH 7 है। सॉल्ट ऑफ स्ट्रॉन्ग एसिड वीक बेसिड ना ते एसिडिक सॉल्ट बनेगा। सॉल्ट ऑफ स्ट्रॉन्ग बेस ते वीक एसिड ना बेसिक सॉल्ट बनेगा। ये गल्लां बहुत इंपॉर्टेंट है। उस तो बाद छेती छेती मैं तुहानूं कहा सी आपां आ जिहड़े इहदे कैमिकल्स है NaCl दे सोडियम हाइड्रोक्साइड, ब्लीचिंग पाउडर, बेकिंग सोडा, वॉशिंग सोडा, प्लास्टर ऑफ पेरिस। एक तो आप ये करने जी फॉर्मूले की करने हैं बोलो फॉर्मूले एक आप करने मैम जेड़ा पीओपी जिप्सम नु हीट करके बनदा मतलब वो जिप्सम भी एसिड है? नहीं बेटा एसिड नहीं है, जिप्सम है सॉल्ट, कैल्शियम सल्फेट है ना। देखो सॉल्ट, दिस इज सॉल्ट। ये कोई एसिड नहीं है, कोई बेस नहीं है, ना एच OH नेगेटिव है ना एच H पॉजिटिव है। इट इज लाइक सॉल्ट। मैं देखो ऊपर की कह रही हूं कि NaCl दे जिन्ने भी सॉल्ट्स बनते ने, देखो वर्ड यूज किया केमिकल्स जिन्ने भी NaCl तो बनते ने है ना, वो तो आपा की कहने दिस इज प्लास्टर ऑफ पेरिस, कैल्शियम सल्फेट, दिस इज एसिड, नॉट एसिड नॉट बेस, दिस इज सॉल्ट। ठीक है, कैल्शियम सल्फेट इज अ सॉल्ट। समझ लगी जसलीन? Yes, ma'am. हाँ ठीक है। whenever calcium hydroxide react with sulfuric acid ਤੇ calcium hydroxide ਚੋਂ Ca ਆ ਜਾਂਦਾ ਹੈ ਤੇ sulfuric acid ਚੋਂ SA4 ਆ ਜਾਂਦਾ ਹੈ ਤੇ there is a formation of calcium sulfate ਜਿਹਨੂੰ ਆਪਾਂ salt ਕਹਿੰਦੇ ਆ। ਅੱਛਾ ਮੈਨੂੰ ਇੱਕ ਗੱਲ ਦੱਸਿਓ, brine solution ਕਿਹਨੂੰ ਕਹਿੰਦੇ ਆ? ਛੇਤੀ ਦੱਸੋ brine solution ਕਿਸੇ ਨੂੰ ਪਤਾ brine solution? नो मैम। ਹੁਣ ਤਾਂ ਆਪਾਂ ਪੇਪਰਾਂ ਦੀ ਵੀ ਤਿਆਰੀ ਕਰ ਲਈ ਨਾ, 13 ਤੋਂ ਪੇਪਰ ਸ਼ੁਰੂ ਹੈ। ਇਸ ਤੋਂ ਬਾਅਦ ਉਹਦੇ brine is an aqueous solution of, ਦੱਸੋ ਆਪਸ਼ਨਸ ਦੇ ਰਹੀ ਹਾਂ ਮੈਂ, ਤੁਸੀਂ ਤੁੱਕਾ ਲਾਣਾ। aqueous solution of, ਸਪੈਲਿੰਗ ਗਲਤ ਹੋ ਗਿਆ aqueous ਦੇ, aqueous solution of, ਦੁਬਾਰਾ ਹੀ ਲਿਖ ਦਿੰਦੇ ਆ ਠੀਕ ਹੈ। this is aqueous solution of sodium hydroxide, aqueous solution of, aqueous solution ਕੀ ਹੁੰਦਾ?
एक्वस वर्ड लिख रही है ना, एक्वा ਦਾ ਮਤਲਬ ਕੀ ਹੁੰਦਾ? मैम पानी ਪਾਣੀ ਦੇ ਵਿੱਚ ਹੈ ਨਾ, ਪਾਣੀ ਦੇ ਵਿੱਚ। ਤੀਜੀ ਆਪਸ਼ਨ ਹੈ aqueous solution of sodium chloride, ठीक है। और चौथी ऑप्शन है aqueous solution of मैम थर्ड ऑप्शन sodium bicarbonate। हाँ जी, मैम थर्ड ऑप्शन NaCl थर्ड NaCl। ऑप्शन है एक्वा ऑफ सोडियम क्लोराइड। नहीं, थर्ड ऑप्शन तो है, पर ये कैसे पता लगा थर्ड ऑप्शन? मैम ਤੁਸੀਂ ਹੁਣੇ ਉਹੀ ਕਰਾ ਰਹੇ ਸੀ, ਉਹਦੇ ਬੇਸ ਤੇ ਕੁਐਸਚਨ ਪੁੱਛਿਆ ਹੋਣਾ। ਇਹ ਕੌਣ ਕਹੇ ਆਨਸਰ ਕਿੰਨੇ ਦਿੱਤਾ? मैम जसलीन कौर। ਆ ਦੇਖੋ ਬੇਟਾ, ਬੇਸਿਕਲੀ ਜਿਹੜਾ ਹੈ brine solution है ना, that is a aqueous solution of NaCl and it decompose to form NaOH and chloroalkali process। ਇਹ process ਹੁੰਦਾ ਹੈ ਜਿਹਦੇ ਅੰਡਰ ਸਾਨੂੰ ਇਹ ਮਤਲਬ ਤੁਹਾਡੇ ਪਲੱਸ 10th ਦੀ ਕੈਮਿਸਟਰੀ ਚ ਵੀ ਤੁਹਾਨੂੰ ਬਹੁਤ ਹੈਲਪਫੁਲ ਕਰੇਗਾ, ਕਿਉਂਕਿ ਇਹ ਜਿਹੜਾ ਪ੍ਰੋਸੈਸ ਹੁੰਦਾ ਜਿਹਨੂੰ ਆਪਾਂ ਕਲੋਰੋਅਲਕਲੀ ਪ੍ਰੋਸੈਸ ਹੁੰਦੀ ਹੈ, ਇਹ ਤੋਂ ਸਾਰੀਆਂ ਚੀਜ਼ਾਂ ਸਾਨੂੰ ਮਿਲ ਜਾਂਦੀਆਂ ਜਿਹੜੀਆਂ ਆਪਾਂ ਅੱਗੇ ਯੂਜ਼ ਕਰਨੀਆਂ। ਕੀ ਮਿਲਦਾ ਦੇਖਿਓ, ਐਟ ਐਨੋਡ ਸਾਨੂੰ ਮਿਲਦੀ ਹੈ ਕਲੋਰੀਨ ਗੈਸ, ਐਟ ਕੈਥੋਡ ਸਾਨੂੰ ਮਿਲਦਾ ਹੈ ਹਾਈਡਰੋਜਨ ਗੈਸ, ਨੀਅਰ ਕੈਥੋਡ ਜਿਹੜਾ ਸੋਲੂਸ਼ਨ ਸਾਨੂੰ ਮਿਲਦਾ ਉਹ ਹੁੰਦਾ ਹੈ NaOH। ਤੇ ਯੂਜ਼ਸ ਕੀ ਹੈ, ਹਾਈਡਰੋਜਨ ਵੀ ਯੂਜ਼ ਹੁੰਦੀ ਹੈ, ਕਲੋਰੀਨ ਵੀ ਯੂਜ਼ ਹੁੰਦਾ ਹੈ, HCl ਵੀ ਯੂਜ਼ ਹੁੰਦਾ ਹੈ, NaOH ਵੀ ਯੂਜ਼ ਹੁੰਦਾ ਹੈ, ਠੀਕ ਹੈ। ਮਤਲਬ ਜਿਹੜੇ ਸੌਲਟਸ ਮੈਂ ਤੁਹਾਨੂੰ ਅੱਗੋਂ ਪੜ੍ਹਾਣੇ ਆ ਨਾ ਸਾਰੇ, ਉਹ ਇਹਦੇ ਰਿਲੇਟਡ ਹੀ ਹੈ। ਸਭ ਤੋਂ ਪਹਿਲੇ ਜਿੱਦਾਂ ਬਲੀਚਿੰਗ ਪਾਊਡਰ, ਹੁਣ ਤੁਸੀਂ ਮੈਨੂੰ ਕੀ ਕਰਨਾ ਹੈ, ਹੁਣ ਮੈਂ ਨਹੀਂ ਤੁਹਾਨੂੰ ਦੱਸਣਾ, ਮੈਨੂੰ ਜਲਦੀ ਨਾ ਫਾਰਮੂਲੇ ਦੱਸ ਦਿਓ। ਬਲੀਚਿੰਗ ਪਾਊਡਰ, ਵਾਸ਼ਿੰਗ ਸੋਡਾ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਗਿਆ ਹੈ ਨਾ। ਬਲੀਚਿੰਗ ਪਾਊਡਰ, ਵਾਸ਼ਿੰਗ ਸੋਡਾ, ਸਾਰੇ ਫਾਰਮੂਲੇ ਮੈਨੂੰ ਇੱਕ ਇੱਕ ਕਰਕੇ ਦੱਸ ਦਿਓ। ਚਲੋ ਸਟਾਰਟਿੰਗ ਕਿੱਥੋਂ ਸ਼ੁਰੂ ਕਰੀਏ? ਹਾਂਜੀ ਸਤੀਸ਼, ਕਿਹਦਾ ਫਾਰਮੂਲਾ ਦੱਸੋਗੇ ਮੈਨੂੰ? ਆਪਣੀ ਮਰਜ਼ੀ ਨਾਲ ਇੱਕ ਇੱਕ ਦੱਸ ਦਿਓ ਨਾ। हेलो ब्लीचिंग पाउडर की बताएं। मैम आवाज नहीं आपकी क्लियर आ रही हम। अब क्लियर है? मैम नहीं। क्यों? और बाकियों को भी प्रॉब्लम है आवाज में? मैम नो। अच्छा चलो जसलीन, कोई एक फॉर्मूला दस दो मेनू। मैम ब्लीचिंग पाउडर का NaCl है। नहीं मैम, हाँ CaCl। नो मैम CaOL2 आएगा। CaOL2? हाँ जी बताओ नेहा। CaOCl2 हाँ प्लस H2O। प्लस H2O क्यों आएगा? दिस इज ब्लीचिंग। CaOCl2 आएगा। हाँ दिस इज ब्लीचिंग पाउडर, ठीक है। सोडियम कार्बोनेट का फॉर्मूला कौन दसेगा मेनू? Na2CO3। अच्छा इनू की कहने आ? NaHCO3 नु सोडियम बाइकार्बोनेट। हाँ जी बाइकार्बोनेट। और बेसिकली ये हुंदा की है? मैम सोडियम बाइकार्बोनेट मैम ये होता है। हाँ ਇਹਨੂੰ ਆਪਾਂ ਵਰਤਦੇ ਬਹੁਤ ਆ। मैम कपड़े धोने वाला सोडा। ये तो नहीं मैं बरतदे इनु। ਕਿਹਦੇ ਲਈ ਵਰਤਦੇ ਆ? कपड़े धोने ਲਈ। ਬੇਟਾ ਇਹਨੂੰ ਖਾਣ ਲਈ ਵਰਤਦੇ ਆ। ਇਟ ਇਜ਼ ਬੇਕਿੰਗ ਸੋਡਾ। ਕੋਈ ਫਾਇਦਾ ਨਹੀਂ ਤੁਹਾਨੂੰ ਫਾਰਮੂਲੇ ਕਰਾਉਣ ਦਾ, ਪੜਦੇ ਤੁਸੀਂ ਹੈ ਨਹੀਂ। ਕੱਪੜੇ ਧੋਣ ਵਾਲੇ ਸੋਡੇ ਨੂੰ ਤਾਂ ਆ ਕਹਿੰਦੇ ਆ सोडियम कार्बोनेट 10 molecules of water। सोडा किसे कहते हैं? है मैम कॉस्टिक सोडा। कॉस्टिक बेसिकली जो हमारा होता है बेकिंग सोडा होता है NaHCO3। हाँ ठीक है। और ये होता है वॉशिंग सोडा हमारा, ये होता है आपका, बोलो फॉर्मूला। Na2CO3 हाँ ते कॉस्टिक सोडा की हुंदा है? मैम केड़ा सोडा? कॉस्टिक सोडा। मैम कॉस्टिक सोडा भी क्या होता है? पूछा किसने है कॉस्टिक सोडा क्या होता है? मैम नीलम तुसी सवेर दी क्लास लाई है अज, मतलब सारा लेक्चर सुनिया मेरा? मैम नो सुन गए थे मैम। अच्छा नहीं मतलब हुने 15-20 मिनट तो तुसी क्लास च ही हो ना। ते मैं बहुत ज्यादा एक चीज पूछ रही हूं बार-बार। मैं ਤੁਹਾਨੂੰ ਕਿਹਾ ਕਿ ਤੁਸੀਂ ਕਿਹਾ ਮੈਮ ਅੱਜ ਉਹਦੇ ਹੀ ਪਿੱਛੇ ਪੈ ਗਏ ਆ। सोडियम हाइड्रोक्साइड yes that is caustic soda।
ਸੋਡੀਅਮ ਹਾਈਡਰੋਕਸਾਈਡ ਦਾ ਕਾਮਨ ਨੇਮ ਹੈ ਕੌਸਟਿਕ ਸੋਡਾ। ਸੋਡੀਅਮ ਹਾਈਡਰੋਕਸਾਈਡ ਦਾ ਕਾਮਨ ਨੇਮ ਕੀ ਹੈ? ਕੌਸਟਿਕ ਸੋਡਾ। ਕੌਸਟਿਕ ਐਮਪੀ ਨੇਚਰ ਚ ਕੋਰੋਸਿਵ ਹੁੰਦਾ ਵਾ। ਹਾਂ ਠੀਕ ਹੈ। ਸੋਡੀਅਮ ਹਾਈਡਰੋਕਸਾਈਡ ਦਾ ਜਿਹੜਾ ਮਤਲਬ ਕਾਮਨ ਜਿਹੜਾ ਨੇਮ ਹੈ ਉਹਨੂੰ ਆਪਾਂ ਕੌਸਟਿਕ ਸੋਡਾ ਕਹਿੰਦੇ ਆ। ਬੇਸਿਕਲੀ ਕੌਸਟਿਕ ਦਾ ਮਤਲਬ ਹੁੰਦਾ ਹੈ ਕਰੋਸਿਵ, ਠੀਕ ਹੈ। ਤੋ ਦੈਟਸ ਵਾਈ ਵੀ ਕਾਲਡ ਇਟ ਕੌਸਟਿਕ ਸੋਡਾ, ਠੀਕ ਹੈ। ਚਲੋ ਅੱਛਾ ਜੀ, ਇਹ ਸਾਰੀਆਂ ਗੱਲਾਂ ਹੋ ਗਈਆਂ ਤੁਹਾਡੀਆਂ। ਹੁਣ ਇੱਕ ਗੱਲ ਜਿਹੜੀ ਬਹੁਤ ਜ਼ਿਆਦਾ ਕੁਐਸਚਨ ਪੁੱਛਿਆ ਜਾਂਦਾ ਉਹਨੂੰ ਮੈਂ ਇਗਨੋਰ ਨਹੀਂ ਕਰਨਾ, ਟੈਂਪਰੇਚਰ ਬਹੁਤ ਪੁੱਛਿਆ ਜਾਂਦਾ ਆਹ ਵਾਲਾ। ਕਿਹੜਾ? ਆਹ ਵਾਲਾ। ਇੱਥੇ ਕਹਿੰਦਾ ਪਲਾਸਟਰ ਆਫ ਪੈਰਿਸ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ, ਠੀਕ ਹੈ, ਜਿਹਦਾ ਫਾਰਮੂਲਾ ਕੀ ਹੈ? CaSO4 plus half molecule of water। ਇਹਨੂੰ ਆਪਾਂ ਜਦੋਂ ਆਪਾਂ ਜਿਪਸਮ ਨੂੰ ਹੀਟ ਕਰਦੇ ਆ 373 ਕੈਲਵਿਨ ਤੇ, ਜਦੋਂ ਆਪਾਂ ਜਿਪਸਮ ਨੂੰ ਹੀਟ ਕਰਦੇ ਆ 373 ਕੈਲਵਿਨ ਤੇ ਉਹ ਲੌਸ ਕਰ ਦਿੰਦੀ ਹੈ ਵਾਟਰ ਮੋਲੀਕਿਊਲ, ਉਹ ਵਾਟਰ ਮੋਲੀਕਿਊਲ ਨੂੰ ਲੌਸ ਕਰ ਦਿੰਦਾ ਤੇ ਉਹ ਸਾਡਾ ਇੱਕ POP ਬਣ ਜਾਂਦਾ, ਜਿਹਨੂੰ ਆਪਾਂ ਕਹਿੰਦੇ ਪਲਾਸਟਰ ਆਫ ਪੈਰਿਸ। ਇਟ ਇਜ਼ ਦਾ ਵਾਈਟ ਪਾਊਡਰ ਐਂਡ ਔਨ ਮਿਕਸਿੰਗ ਵਿਦ ਵਾਟਰ ਇਟ ਚੇਂਜ ਟੂ ਜਿਪਸਮ। ਜਿੱਦਾਂ ਕੈਲਸ਼ੀਅਮ ਸਲਫੇਟ ਹੈ, ਹਾਫ ਮੋਲੀਕਿਊਲ ਆਫ ਵਾਟਰ ਹੈ, ਪਲੱਸ ਇਹਦੇ ਨਾਲ ਆਪਾਂ 1.5 ਮੋਲੀਕਿਊਲ ਆਫ ਪਾਣੀ ਪਾਇਆ, there is a formation of CaSO4 2 molecules of water। ਤੇ ਤੁਹਾਨੂੰ ਪਤਾ POP is very useful in doctor use toys material surfaces ਨੂੰ smooth ਕਰਨ ਲਈ, ਠੀਕ ਹੈ। ਇਹ ਬਹੁਤ ਇੰਪੋਰਟੈਂਟ ਹੈ। ਅੱਛਾ ਆਹ ਜ਼ਰੂਰ ਯਾਦ ਰੱਖਣਾ 373 ਕੈਲਵਿਨ, ਇਹਦੇ ਵੀ ਕਾਫੀ MCQs ਹੈ ਜਿਹੜੇ ਉਹ ਪੁੱਛੇ ਜਾਂਦੇ ਨੇ, ਠੀਕ ਹੈ। ਔਰ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣ 2 ਦਿਨ ਰਹਿ ਗਏ ਤੁਹਾਡੇ ਪੇਪਰ ਨੂੰ। ਜਸਟ ਜਿਹੜੇ ਹੁਣ ਤੱਕ ਤੁਸੀਂ ਨੋਟਸ ਬਣਾਏ ਆ ਨਾ, ਮਤਲਬ ਜਿਹੜੇ ਹੁਣ ਤੱਕ ਨੋਟਸ ਬਣਾਏ ਆ, ਯੂ ਜਸਟ ਗਿਵ ਓਵਰਵਿਊ ਉਹਨਾਂ ਨੋਟਸ ਦਾ ਨਾ, ਮਤਲਬ ਇੱਕ ਓਵਰਵਿਊ ਲੈ ਲਓ। ਹੋਰ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ, ਮੇਰਾ ਪਰਸਨਲ ਨੰਬਰ ਤੁਹਾਡੇ ਕੋਲ ਹੈਗਾ, ਯੂ ਕੈਨ ਆਸਕ ਮੀ ਐਨੀ ਟਾਈਮ। ਆ 2 ਦਿਨ ਵੈਰੀ ਕਰੂਸ਼ੀਅਲ ਹੈ ਔਰ ਜੀ ਜਾਨ ਇੱਕ ਕਰ ਦੋ। ਜੇ ਇੱਕ ਵੀ ਬੱਚੇ ਦਾ ਮਤਲਬ ਕਲੀਅਰ ਹੋ ਗਿਆ ਤਾਂ ਇਟ ਇਜ਼ ਵੈਰੀ ਗੁੱਡ ਫॉर ਯੂ ਪੀਪਲ, ਠੀਕ ਹੈ। ਬਾਕੀ ਜੇ ਤੁਹਾਨੂੰ ਕੋਈ ਕੈਮਿਸਟਰੀ ਰਿਗਾਰਡਿੰਗ ਪ੍ਰੋਬਲਮ ਹੈ ਤਾਂ ਤੁਸੀਂ ਮੇਰੇ ਪਰਸਨਲ ਨੰਬਰ ਤੇ ਹੁਣ ਤਾਂ ਤਕਰੀਬਨ ਸਭ ਕੋ ਹੈਗਾ, ਕੰਟੈਕਟ ਕਰ ਸਕਦੇ ਹੋ। ਬਾਕੀ ਬੇਟਾ ਜੀ ਓਵਰਵਿਊ ਲਓ ਹੁਣ ਚੈਪਟਰਸ ਦਾ, ਇੱਕ ਵਾਰੀ ਥੋੜਾ ਗੋ ਥਰੂ ਹੋ ਜਾਓ ਤੇ ਲਾਸਟ 2-3 ਮਿੰਟਸ ਚ ਜੇ ਤੁਹਾਨੂੰ ਕੋਈ ਹਰਡਲ ਹੈਗੀ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਤੁਸੀਂ। ਅਦਰਵਾਈਜ਼ ਮੈਂ 2 MCQs ਡਿਸਕਸ ਕਰ ਲੈਣੀ ਆ ਐਸਿਡ ਬੇਸ ਸਾਲਟਸ ਦੇ, ਠੀਕ ਹੈ। ਅੱਛਾ ਹੁਣ ਮੈਨੂੰ ਜਲਦੀ ਏਦਾਂ ਕਰੀਏ, ਆਪਾਂ ਇੱਕ ਓਵਰਵਿਊ ਲਈਏ ਫਾਰਮੂਲੇਸ ਦਾ, ਠੀਕ ਹੈ। ਛੇਤੀ ਬੋਲੋ ਹੁਣ। ਬਲੀਚਿੰਗ ਪਾਊਡਰ ਦਾ ਜਲਦੀ। ਬਲੀਚਿੰਗ ਪਾਊਡਰ ਹੁਣੇ ਤਾਂ ਲਿਖਿਆ ਸੀ ਮੈਂ, CaOCl2 ਮੈਮ CaOCl2 CaOCl2। ਅੱਛਾ ਵੈਰੀ ਗੁੱਡ। ਅੱਛਾ ਉਸ ਤੋਂ ਬਾਅਦ ਬੇਕਿੰਗ ਸੋਡੇ ਦਾ NaHCO3। ਵੈਰੀ ਗੁੱਡ। ਤੇ ਉਸ ਤੋਂ ਬਾਅਦ ਵਾਸ਼ਿੰਗ ਸੋਡੇ ਦਾ Na2CO Na2CO3 10 molecules of water। ਉਸ ਤੋਂ ਬਾਅਦ ਪਲਾਸਟਰ ਆਫ ਪੈਰਿਸ ਦਾ POP ਦਾ CaSO4 half molecule of water। ਤੇ ਜਿਪਸਮ ਦਾ CaSO4 2 molecules of water of molecule। ਅੱਛਾ ਜੀ, ਹੁਣ ਮੈਨੂੰ ਇੱਕ ਜਲਦੀ ਕੁਐਸਚਨ ਦਾ ਆਨਸਰ ਦਿਓ। ਐਟ ਵਟ ਟੈਂਪਰੇਚਰ ਜਿਪਸਮ heated? 373 very good। At what temperature gypsum heated to form plaster of Paris? 373 Kelvin और किन्ने सेल्सियस? 140 डिग्री सेल्सियस। 40 कितना हो गया तेरा? 100 plus 273, ठीक है, 100 डिग्री सेल्सियस, ठीक है। अच्छा, how many water molecules does hydrated in calcium sulfate contain? Calcium sulfate ਜਿਹੜਾ ਹੈ hydrated calcium sulfate ਕਿੰਨੂੰ ਕਹਿੰਦੇ ਆ? ਮੈਮ ਜਿਪਸਮ ਨੂੰ। ਵੈਰੀ ਗੁੱਡ। ਕਿੰਨੇ ਆਨਸਰ ਦਿੱਤਾ ਹੈ? ਮੈਮ ਜਸਲੀਨ। ਹਾਂ, hydrated calcium, very important question। ਹਾਈਡਰੇਟਡ ਕੈਲਸ਼ੀਅਮ ਸਲਫੇਟ ਆਪਾਂ ਕਹਿੰਦੇ ਆ ਜਿਪਸਮ ਨੂੰ, ਤੇ ਇਹਦੇ ਵਿੱਚ ਕਿੰਨੇ ਮੋਲੀਕਿਊਲਸ ਆਫ ਵਾਟਰ ਹੁੰਦੇ ਨੇ? 2 ਕਿੰਨੇ ਮੋਲੀਕਿਊਲਸ ਆਫ ਵਾਟਰ ਹੁੰਦੇ ਨੇ? 2, ਠੀਕ ਹੈ ਜੀ। ਵੈਰੀ ਇੰਪੋਰਟੈਂਟ ਕੁਐਸਚਨ। ਅਲਕਲੀਜ਼ ਕੀ ਹੁੰਦੀਆਂ ਨੇ? ਐਸਿਡ ਵਿਚ ਆਰ ਸੋਲੂਬਲ ਇਨ ਵਾਟਰ, ਐਸਿਡ ਵਿਚ ਆਰ ਇਨਸੋਲੂਬਲ ਇਨ ਵਾਟਰ,
bases which are insoluble in water or bases which are soluble in water? Alkalis ਕੀ ਹੁੰਦੀਆਂ ਨੇ? Ma'am, acids which are soluble in water. Bases. Bases which are soluble in water. ਅੱਛਾ ਜੀ, ਦੋ ਕੁ ਕੁਐਸਚਨ ਹੋਰ ਡਿਸਕਸ ਕਰ ਲੈਂਦੇ ਆ। ਪਹਿਲਾ ਕੁਐਸਚਨ ਹੈ ਲਾਈਮ ਵਾਟਰ। ਪਤਾ ਲਾਈਮ ਵਾਟਰ ਕੀ ਹੁੰਦਾ? Yes, ma'am, चूने का पानी। ਹਾਂ, Yes, ma'am. ਲਾਈਮ ਵਾਟਰ ਔਰ ਸਲੇਟ ਲਾਈਮ ਆਪਾਂ ਇਹਨੂੰ ਕਹਿ ਦਿੰਦੇ ਆ। ਜਦੋਂ ਕਲੋਰੀਨ ਨਾਲ ਰਿਐਕਟ ਕਰਦਾ ਹੈ ਤੇ ਕੀ ਦਿੰਦਾ ਹੈ? ਥੋੜਾ ਜਿਹਾ ਦਿਮਾਗ ਲਾਇਓ ਜੇ ਤੁਹਾਨੂੰ ਰਿਐਕਸ਼ਨ ਨਹੀਂ ਵੀ ਆਂਦੀ। ਆਪਸ਼ਨਸ ਤੋਂ ਬਲੀਚਿੰਗ ਪਾਊਡਰ, ਬੇਕਿੰਗ ਪਾਊਡਰ, next is baking soda or washing soda। ਮੈਂ ਤੁਹਾਨੂੰ ਪਤਾ ਕੀ ਕਿਹਾ? ਮੈਂ ਕਿਹਾ ਲਾਈਮ ਵਾਟਰ ਜਦੋਂ ਰਿਐਕਸ਼ਨ ਕਰਦਾ ਹੈ ਕਲੋਰੀਨ ਦੇ ਨਾਲ, ਹੁਣ ਤੁਹਾਨੂੰ ਪਤਾ ਨਹੀਂ ਕਿਹਦੇ ਫਾਰਮੂਲੇ ਵਿੱਚ ਕਲੋਰੀਨ ਆਂਦਾ ਹੈ, ਪਤਾ ਕਿ ਨਹੀਂ? Bleaching soda. ਹਾਂ। Bleaching। ਹਾਂ। Bleaching powder। ਤੇ ਬਲੀਚਿੰਗ ਪਾਊਡਰ ਆਨਸਰ ਆ ਗਿਆ। ਇਹਨੂੰ ਕਹਿੰਦੇ ਪ੍ਰੈਜ਼ੈਂਸ ਆਫ ਵਾਈਨ। ਕਿ ਬੇਕਿੰਗ ਸੋਡਾ ਤੁਹਾਨੂੰ ਪਤਾ ਇਹ 'ਚ ਤਾਂ ਕਲੋਰੀਨ ਹੁੰਦਾ ਹੀ ਨਹੀਂ, ਵਾਸ਼ਿੰਗ ਪਾਊਡਰ 'ਚ ਵੀ ਨਹੀਂ ਹੁੰਦਾ, ਤੇ ਜੇ ਬੇਕਿੰਗ ਸੋਡਾ 'ਚ ਨਹੀਂ ਹੁੰਦਾ ਤਾਂ ਉਹਨੂੰ ਹੀ ਬੇਕਿੰਗ ਪਾਊਡਰ ਕਹਿੰਦੇ ਆ। ਤੇ ਕਿਹਦੇ 'ਚ ਹੁੰਦਾ ਕਲੋਰੀਨ? ਕੱਲਾ ਬਲੀਚਿੰਗ, ਤੇ ਉਹ ਸਾਡਾ ਆਨਸਰ ਆ ਗਿਆ। ਠੀਕ ਹੈ ਬੇਟਾ ਜੀ, ਮੈਂ ਬਾਰ-ਬਾਰ ਕਹਿ ਰਹੀ ਹਾਂ, ਇੰਟੈਲੀਜੈਂਸੀ ਨਾਲੋਂ ਬ੍ਰੇਨੀ ਜਿਹੜਾ ਬੱਚਾ ਨਾ, ਮਤਲਬ ਜਿਹਦਾ ਦਿਮਾਗ ਕੰਮ ਕਰਦਾ ਔਨ ਦਾ ਸਪੌਟ ਸਹੀ ਆਨਸਰ ਸਟ੍ਰਾਈਕ ਕਰਦਾ, ਮਤਲਬ ਹੀ ਔਰ ਸ਼ੀ ਇਜ਼ ਮੋਰ ਕੈਪੇਬਲ ਟੂ ਕਲੀਅਰ NTSC ਰੈਦਰ ਦੈਨ ਕਿ ਜਿੰਨਾ ਮਰਜ਼ੀ ਤੁਸੀਂ ਰੱਟਾ ਲਾਈ ਜਾਓ ਉੱਥੇ ਜਾ ਕੇ ਭੁੱਲ ਜਾਣਾ। ਠੀਕ ਹੈ, ਸੋ ਪ੍ਰੈਜ਼ੈਂਸ ਆਫ ਮਾਈਂਡ ਦੇ ਨਾਲ ਆ 2 ਦਿਨ ਆਪਣੇ ਪੂਰੇ ਯੂਟਿਲਾਈਜ਼ ਕਰੋ। ਠੀਕ ਹੈ। ਅੱਛਾ, ਨੇਟਲ ਸਟਿੰਗ ਇਜ਼ ਅ ਨੈਚੁਰਲ ਸੋਰਸ ਆਫ ਵਿਚ ਐਸਿਡ? ਮਿਥੇਨੋਇਕ ਐਸਿਡ, ਲੈਕਟਿਕ। ਹਾਂਜੀ मिथेनोइक एसिड। ਹਾਂਜੀ, ਜਿਹੜਾ ਸਟਿੰਗ ਹੁੰਦਾ ਯਾਨੀ ਡੰਗ ਹੁੰਦਾ ਉਹ ਕਿਹਦਾ? ਮਿਥੇਨੋਇਕ ਐਸਿਡ ਹੁੰਦਾ ਉਹਦੇ ਚ। ਠੀਕ ਹੈ। ਅੱਛਾ, ਇੱਕ ਕੁਐਸਚਨ ਹੋਰ ਹੈ ਇੱਥੇ, ਟੁੱਥ ਇਨੇਮਲ ਇਜ਼ ਮੇਡ ਅਪ ਆਫ? ਟੁੱਥ ਜਿਹੜਾ ਟੁੱਥ ਦਾ ਸਾਡਾ ਇਨੇਮਲ ਹੈ ਉਹ ਕਿਹਦਾ ਬਣਿਆ ਹੁੰਦਾ? ਟੁੱਥ ਇਨੇਮਲ ਇਜ਼ ਮੇਡ ਅਪ ਆਫ। ਫਸਟ ਆਪਸ਼ਨ ਇਜ਼ ਕੈਲਸ਼ੀਅਮ ਫਾਸਫੇਟ। ਠੀਕ ਹੈ। सेकेंड ऑप्शन इज योर कैल्शियम कार्बोनेट। ठीक है जी। एंड थर्ड ऑप्शन इज कैल्शियम ऑक्साइड। ठीक है। एंड फोर्थ ऑप्शन इज पोटाशियम। एंड कैल्शियम फॉस्फेट। वेरी गुड। टूथ इनेमल, हाँ जी, टूथ इनेमल इज मेड अप ऑफ कैल्शियम फॉस्फेट। अच्छा, सोडियम हाइड्रोक्साइड इज यूज्ड इन एंटासिड, मैन्युफैक्चर ऑफ सोप, क्लिनजिंग एजेंट के अल्कलीन बैटरीज? सोडियम हाइड्रोक्साइड NaOH is used in antacid, मैन्युफैक्चरिंग सोप। ਤੇ ਇਹ ਯੂਜ਼ਸ ਯਾਦ ਕਰ ਲਓ, ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਯੂਜ਼ਸ ਦਾ ਕੁਐਸਚਨ ਆਉਣ ਦਾ ਪੂਰਾ ਚਾਂਸਸ ਹੈ ਐਜ਼ ਅ ਕਲੀਨਿੰਗ ਏਜੰਟ और इन अल्कलाइन बैटरीज। मैम फर्स्ट ऑप्शन आएगा एंटासिड। एंटासिड में तो मैंने कोई और एसिड लिखवाया था, आ देखो दा फार्मूला भी लिखा होना मैं इत्थे, मिल्क ऑफ मैग्नीशिया, आ देखो MgOH। बेटा जी मैम ऑप्शन की इसका ऑप्शन B इज राइट आंसर। वैसे इट इज बेसिकली यूज इन द मैन्युफैक्चरर्स ऑफ सोप, और ये तुहानू उदों ही पता लगना है जदों तुसी की करोगे, जदों तुसी इन्हां दे यूजेस नू याद करोगे। ओके, ठीक है जी। ते आ 2 दिन तुसी की करना है, आ 2 दिन तुसी यही करना है कि जो जो तुहाडे मतलब ओवरव्यू है चैप्टर्स दे वो एक बारी लैके तो उन्होंने याद करना। ठीक है। वेरी ऑल द बेस्ट फॉर योर NTSC एग्जाम। ठीक है। होप कि केमिस्ट्री के सारे क्वेश्चंस तुहानू आंदे होण, ते बाकी जे तुहानू कोई प्रॉब्लम है इन अपकमिंग 2 days यू कैन कॉल मी एनी टाइम। ओवर टू यू तवन सर। थैंक यू मैम। ओके, थैंक यू मैम। ओके ओके बेटा, ऑल द बेस्ट, ऑल द वेरी बेस्ट। थैंक यू मैम। थैंक यू अनुप्रीत। ओके ओके, थैंक यू सर।